ਰੱਬ ਸੋਹਣੇ ਦੀਆਂ ਸੋਹਣੀਆਂ ਮਿੱਠੀਆਂ ਤੇ ਪਿਆਰੀਆਂ ਗੱਲਾਂ ਲੈ ਕੇ ਤੁਹਾਡਾ ਆਪਣਾ ਭਾਜੀ ਸੈਮਸਨ ਜਾਵੇਦ, ਡਾਕਟਰ ਰਜਤਪਾਲ ਤੇ ਬ੍ਰਦਰ ਮੈਨੂਅਲ ਸਾਡੇ ਦਰਮਿਆਨ ਨੇ। ਸਾਰਿਆਂ ਨੂੰ ਖੁਸ਼ ਆਮਦੀਦ। ਨਮਸਕਾਰ ਜੀ। ਫਿਰ ਅੱਜ ਅਸੀਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਏ ਹਾਂ। ਤੇ ਅੱਜ ਕੱਲ੍ਹ ਕਿਉਂਕਿ ਈਸਟਰ ਆਉਣ ਵਾਲਾ ਤੇ ਇਸ ਵਜ੍ਹਾ ਤੋਂ ਇਸ ਜਿਹੜਾ ਦਿਨ ਗੁਜ਼ਰ ਰਹੇ ਨੇ ਇਹਨਾਂ ਨੂੰ ਲੈਂਟ ਸੀਜ਼ਨ ਕਿਹਾ ਜਾਂਦਾ ਹੈ, ਯਾਨੀ ਖੁਦਾਵੰਦ ਯਿਸੂ ਮਸੀਹ ਦੇ ਕਰੂਸੀਫਿਕਸ਼ਨ ਜਾਂ ਜਿਹਨੂੰ ਉਹਦੀ ਸਲੀਬੀ ਮੌਤ ਦੀ ਤਿਆਰੀ। ਸੋ ਇਹਦੇ ਵਾਸਤੇ ਅੱਜ ਕੱਲ੍ਹ ਲੋਕੀ ਜਿਹੜੇ ਨੇ ਉਹ ਜ਼ਿਆਦਾ ਇਹਦੇ ਧਿਆਨ ਰੋਜ਼ਾ ਵੀ ਰੱਖਿਆ ਜਾਂਦੇ ਨੇ, ਫਿਰ ਦੁਆ ਕੀਤੀ ਜਾਂਦੀ ਹੈ ਔਰ ਇਹ ਦਿਨ ਜਿਹੜੇ ਨੇ ਉਹ ਇਸ ਤਰ੍ਹਾਂ ਗੁਜ਼ਾਰੇ ਜਾਂਦੇ ਨੇ। ਅੱਜ ਅਸੀਂ ਥੋੜ੍ਹੀ ਜਿਹੀ ਇਹਦੇ 'ਤੇ ਗੱਲ ਕਰਾਂਗੇ ਤੇ ਲੇਕਿਨ ਜਿਹੜਾ ਅੱਜ ਦਾ ਟੌਪਿਕ ਹੈ ਉਹ ਵੇ ਸਲੀਬ ਦਾ ਪੈਗਾਮ ਜਾਂ ਮੈਸੇਜ ਆਫ ਕ੍ਰਾਈਸਟ ਕ੍ਰਾਸ। ਸੋ ਆਈਏ ਅਸੀਂ ਆਪਣੀ ਹਦਾਇਤ ਵਾਸਤੇ ਪੜ੍ਹੀਏ ਖੁਦਾ ਦੇ ਕਲਾਮ ਵਿੱਚੋਂ ਅਮਾਲ ਦੀ ਕਿਤਾਬ, ਕਰੰਥੀਆਂ ਦਾ ਪਹਿਲਾ ਖੱਤ, ਪੌਲੁਸ ਰਸੂਲ ਦਾ ਕਰੰਥੀਆਂ ਨੂੰ ਲਿਖਿਆ ਗਿਆ ਪਹਿਲਾ ਖੱਤ, ਉਹਦਾ ਪਹਿਲਾ ਬਾਬ, ਉਹਦੀ 18ਵੀਂ ਆਇਤ ਤੋਂ 25ਵੀਂ ਆਇਤ ਤੱਕ। ਪਹਿਲਾ ਕਰੰਥੀਆਂ ਪਹਿਲਾ ਬਾਬ 18 ਤੋਂ 25 ਆਇਤ। ਬ੍ਰਦਰ ਜੀ ਸਾਡੇ ਲਈ ਪਹਿਲੋਂ ਇਹ ਹਵਾਲਾ ਪੜ੍ਹਨਗੇ। ਅਸੀਂ ਪਰਮੇਸ਼ਰ ਦੇ ਵਚਨ ਚੋਂ ਪੜਾਂਗੇ ਪਹਿਲਾ ਕਰੰਥੀਆਂ ਉਹਦਾ ਪਹਿਲਾ ਬਾਬ 18 ਤੋਂ ਲੈ ਕੇ 25 ਆਇਤ ਤੱਕ। ਪਰਮੇਸ਼ਰ ਦੇ ਵਚਨ 'ਚ ਇਸ ਤਰ੍ਹਾਂ ਲਿਖਿਆ, ਸਲੀਬ ਦੀ ਕਥਾ ਤਾਂ ਉਹਨਾਂ ਦੇ ਪਾਣੇ ਜਿਹੜੇ ਨਾਸ ਹੋ ਰਹੇ ਹਨ ਮੂਰਖਤਾ ਹੀ ਹੈ, ਪਰੰਤੂ ਸਾਡੇ ਪਾਣੇ ਜਿਹੜੇ ਬਚਾਏ ਜਾਂਦੇ ਹਾਂ ਉਹ ਪਰਮੇਸ਼ਵਰ ਦੀ ਸ਼ਕਤੀ ਹੈ। ਕਿਉਂ ਜੋ ਲਿਖਿਆ ਹੈ, ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ਼ ਕਰਾਂਗਾ ਅਤੇ ਚਤਰਿਆਂ ਦੀ ਚਤਰਾਈ ਨੂੰ ਰੱਦ ਕਰਾਂਗਾ। ਕਿੱਥੇ ਬੁੱਧਵਾਨ, ਕਿੱਥੇ ਗ੍ਰੰਥੀ, ਕਿੱਥੇ ਇਸ ਯੁੱਗ ਦੇ ਵਿਵਾਦੀ? ਕੀ ਪਰਮੇਸ਼ਵਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾ ਹੀ ਨਹੀਂ ਠਹਿਰਾਇਆ? ਇਸ ਲਈ ਕਿ ਜਦੋਂ ਪਰਮੇਸ਼ਵਰ ਦੇ ਗਿਆਨ ਤੋਂ ਇਉਂ ਹੋਇਆ ਭਈ ਸੰਸਾਰ ਨੇ ਆਪਣੀ ਬੁੱਧ ਦੇ ਰਾਹੀਂ ਪਰਮੇਸ਼ਵਰ ਨੂੰ ਨਾ ਜਾਣਿਆ, ਤਦ ਪਰਮੇਸ਼ਵਰ ਨੂੰ ਇਹ ਪਾਇਆ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਨਿਸ਼ਚਾਵਾਨ ਨੂੰ ਬਚਾਵੇ। ਯਹੂਦੀ ਤਾਂ ਨਿਸ਼ਾਨ ਮੰਗਦੇ ਹਨ ਤੇ ਜਨਾਨੀ ਬੁੱਧ ਪਾਲਦੇ ਹਨ, ਪਰ ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦੇ ਹਾਂ। ਉਹ ਯਹੂਦੀਆਂ ਦੇ ਲੇਖੇ ਠੋਕਰ ਦਾ ਕਾਰਨ ਅਤੇ ਪਰਾਈਆਂ ਕੌਮਾਂ ਦੇ ਲੇਖੇ ਮੂਰਖਤਾਈ ਹੈ, ਪਰ ਉਹਨਾਂ ਦੇ ਲੇਖੇ ਜਿਹੜੇ ਸੱਦੇ ਹੋਏ ਹਨ, ਭਾਵੇਂ ਯਹੂਦੀ ਭਾਵੇਂ ਯੂਨਾਨੀ, ਮਸੀਹ ਪਰਮੇਸ਼ਵਰ ਦੀ ਸ਼ਕਤੀ ਅਤੇ ਪਰਮੇਸ਼ਵਰ ਦਾ ਗਿਆਨ ਹੈ। ਕਿਉਂ ਜੋ ਪਰਮੇਸ਼ਵਰ ਦੀ ਮੂਰਖਤਾਈ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ਵਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ। ਪਰਮੇਸ਼ਵਰ ਦੇ ਵਚਨ ਦੇ ਪੜ੍ਹੇ ਤੇ ਸੁਣੇ ਜਾਣ ਤੇ ਬਰਕਤ ਹੋਵੇ। ਆਮੀਨ ਆਮੀਨ ਆਮੀਨ। ਲਓ ਜੀ, ਹੁਣ ਅਸੀਂ ਇਹ ਤੇ ਚੜ੍ਹਦੇ ਪੰਜਾਬ ਵਾਲੀ ਪੰਜਾਬੀ ਹੈ ਤੇ ਹੁਣ ਮੈਂ ਲਹਿੰਦੇ ਪੰਜਾਬ ਦੀ ਪੰਜਾਬੀ ਪੜਾਂਗਾ। ਤੇ ਇਸ ਤਰ੍ਹਾਂ ਲਿਖਿਆ ਕਰੰਥੀਆਂ ਦੇ ਨਾਂ ਪੌਲੁਸ ਰਸੂਲ ਦਾ ਪਹਿਲਾ ਖੱਤ ਪਹਿਲਾ ਬਾਬ 18ਵੀਂ ਆਇਤ ਤੋਂ, ਕਿਉਂ ਜੋ ਸਲੀਬ ਦੀ ਮੁਨਾਦੀ ਨਾਸ ਹੋਣ ਵਾਲਿਆਂ ਵਾਸਤੇ ਤੇ ਮੂਰਖ ਹੈ, ਪਰ ਸਾਡੇ ਨਜਾਤ ਲੈਣ ਵਾਲਿਆਂ ਵਾਸਤੇ ਖੁਦਾ ਦੀ ਕੁਦਰਤ ਹੈ। ਕਿਉਂ ਜੋ ਲਿਖਿਆ ਹੈ ਵੀ ਮੈਂ ਸਿਆਣਿਆਂ ਦੀ ਦਾਨਾਈ ਦਾ ਨਾਸ ਤੇ ਅਕਲ ਵਾਲਿਆਂ ਦੀ ਅਕਲ ਨੂੰ ਰੱਦ ਕਰ ਦਿਆਂਗਾ। ਕਿੱਥੋਂ ਦਾ ਸਿਆਣਾ, ਕਿੱਥੋਂ ਦਾ ਮਨੁੱਸ਼ੀ, ਕਿੱਥੋਂ ਦਾ ਇਸ ਦੁਨੀਆ ਦਾ ਬਹਿਸ ਕਰਨ ਵਾਲਾ? ਕਿ ਖੁਦਾ ਨੇ ਦੁਨੀਆ ਦੀ ਦਨਾਈ ਨੂੰ ਮੂਰਖ ਨਹੀਂ ਕਿਹਾ? ਇਸ ਲਈ ਵੀ ਜਦ ਖੁਦਾ ਦੀ ਦਨਾਈ ਦੇ ਸਬਬੋਂ ਦੁਨੀਆ ਆਪਣੀ ਦਨਾਈ ਨਾਲ ਖੁਦਾ ਨੂੰ ਨਾ ਸਿਆਤਾ, ਤਦ ਖੁਦਾ ਨੂੰ ਇਹ ਚੰਗਾ ਲੱਗਾ ਵੀ ਇਸ ਮੁਨਾਦੀ ਦੀ ਮੂਰਖ ਦੀ ਰਾਹੀਂ ਈਮਾਨ ਲਿਆਉਣ ਵਾਲਿਆਂ ਨੂੰ ਨਜਾਤ ਦੇਵੇ। ਜਿਵੇਂ ਯਹੂਦੀ ਨਿਸ਼ਾਨ ਮੰਗਦੇ ਨੇ ਤੇ ਯੂਨਾਨੀ ਦਨਾਈ ਦੀ ਖੋਜ ਕਰਦੇ ਨੇ, ਪਰ ਅਸੀਂ ਉਸ ਸਲੀਬ ਦਿੱਤੇ ਹੋਏ ਮਸੀਹ ਦੀ ਮੁਨਾਦੀ ਕਰਨੇ ਆ, ਜਿਹੜਾ ਯਹੂਦੀਆਂ ਲਈ ਠੋਕਰ ਤੇ ਗੈਰ ਕੌਮਾਂ ਲਈ ਮੂਰਖ ਇਹ, ਪਰ ਜਿਹੜੇ ਸੱਦੇ ਹੋਏ ਨੇ
ਯਹੂਦੀ ਹੋਣ ਭਾਵੇਂ ਯੂਨਾਨੀ, ਉਹਨਾਂ ਭਾਣੇ ਮਸੀਹ ਖੁਦਾ ਦੀ ਕੁਦਰਤ ਤੇ ਖੁਦਾ ਦੀ ਹਕਮਤ ਹੈ। ਕਿਉਂਕਿ ਜੋ ਖੁਦਾ ਦੀ ਮੂਰਖ ਬੰਦਿਆਂ ਦੀ ਹਕਮਤ ਨਾਲੋਂ ਚੰਗੀ ਹੈ, ਤੇ ਖੁਦਾ ਦੀ ਕਮਜ਼ੋਰੀ ਬੰਦਿਆਂ ਦੇ ਜ਼ੋਰ ਨਾਲੋਂ ਜ਼ੋਰ ਵਾਲੀ ਹੈ। ਖੁਦਾ ਪਾਕ ਤੇ ਕਲਾਮ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਆਮੀਨ ਆਮੀਨ। ਲਓ ਜੀ, ਅਸੀਂ ਇਹ ਪੜ੍ਹਿਆ ਔਰ ਇਹਦੇ 'ਚ ਖਾਸ ਤੌਰ ਤੇ ਸਲੀਬ ਦਾ ਪੈਗਾਮ ਜਿਹੜਾ ਉਹਦੇ ਤੇ ਗੱਲ ਕੀਤੀ ਗਈ ਹੈ। ਉਹਦੇ ਤੇ ਥੋੜੀ ਜਿਹੀ ਦੇਰ ਬਾਅਦ ਗੱਲ ਕਰਨੇ ਆ। ਡਾਕਟਰ ਸਾਹਿਬ, ਇਹ ਲੈਂਟ ਜਿਹੜਾ ਹੈ ਇਹਦੇ ਬਾਰੇ 'ਚ ਕੋਈ ਤੁਸੀਂ ਕੀ ਤੁਹਾਡਾ ਖਿਆਲ ਹੈ ਕਿ ਕਿਉਂ ਲੈਂਟ ਮਨਾਇਆ ਜਾਂਦਾ ਹੈ ਔਰ ਲੈਂਟ ਦੇ ਪਿੱਛੇ ਕੀ ਕਹਾਣੀ ਹੈ? ਕੋਈ ਤੁਸੀਂ ਇਹਦੇ ਬਾਰੇ ਦੱਸ ਸਕਦੇ ਹੋ? ਪਾਸਟਰ ਜੀ, ਜਿੱਥੇ ਤੱਕ ਮੈਨੂੰ ਪਤਾ ਹੈ ਤਾਂ ਇਟਸ ਪ੍ਰੈਪਰੇਸ਼ਨ, ਜੋ ਤੁਸੀਂ ਪਹਿਲਾਂ ਵੀ ਕਿਹਾ ਸੀ, ਪ੍ਰੈਪਰੇਸ਼ਨ ਆਫ ਈਸਟਰ ਐਂਡ ਗੁੱਡ ਫਰਾਈਡੇ ਟੈਕਨੀਕਲੀ। ਤੇ ਅਸੀਂ ਗੁੱਡ ਫਰਾਈਡੇ ਤੱਕ ਦੇ ਪ੍ਰੈਪਰੇਸ਼ਨ ਕਰਦੇ ਨੇ, ਰਾਈਟ। 40 ਦਿਨ ਦਾ ਰੋਜ਼ਾ ਹੈ, ਰਾਈਟ। ਔਰ ਟੈਕਨੀਕਲੀ ਤਾਂ ਇਹ ਸੀਗਾ, ਜਦੋਂ ਸ਼ੁਰੂਆਤ ਹੋਈ ਸੀ ਉਹ ਤਾਂ ਰੋਜ਼ੇ ਮਤਲਬ ਰੋਜ਼ੇ ਹੁੰਦੇ ਸੀਗੇ, ਸਵੇਰੇ ਤੋਂ ਲੈ ਕੇ ਸ਼ਾਮ ਤੱਕ ਲੋਕੀ ਚਰਚਾਂ ਦੇ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ 2-4 ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਸੀਗੇ। ਸੋ ਉਹ ਸੀਗਾ ਇੱਕ ਟ੍ਰੈਂਡ, ਜਦੋਂ ਕਿ ਉਹ 40 ਦਿਨਾਂ 'ਚ ਜਦੋਂ ਵੀ ਟਾਈਮ ਮਿਲਦਾ ਸੀ, ਇੱਕ ਖਾਸ ਖਸੂਸੀ ਜਗ੍ਹਾ ਜਾਂ ਜੇ ਚਰਚ ਬੜੀ ਦੂਰ ਆ ਤੇ ਲੋਕ ਆਪਣੇ ਘਰ ਵੀ ਕਰ ਲੈਂਦੇ ਸੀਗੇ, ਕਿ ਇੱਕ ਪ੍ਰੇਅਰ ਰੂਮ ਬਣਾ ਲੈਂਦੇ ਸੀ। ਉੱਥੇ ਸਾਰਾ ਦਿਨ ਜਿਹੜੀ ਹੈ ਉੱਥੇ ਪ੍ਰੇਅਰ ਚੱਲਦੀ ਸੀ। ਜੋ ਕੋਈ ਆਦਮੀ ਜਦੋਂ ਆ ਸਕਦਾ ਉਹ ਪ੍ਰੇਅਰ ਕਰਦਾ ਸੀ, ਤੇ ਚਰਚ 'ਚ ਵੀ ਇਹੀ ਸੀਗਾ ਟ੍ਰੈਂਡ। ਪਰ ਹੁਣ ਤਾਂ ਉਹ ਅਲੱਗ ਹੋ ਗਿਆ, ਵੱਖਰਾ ਹੋ ਗਿਆ। ਹੁਣ ਤਾਂ ਲੋਕੀ ਸੈਟਰਡੇ ਸੰਡੇ ਤੋਂ ਅੱਗੇ ਨਹੀਂ ਜਾਂਦੇ, ਲੇਕਿਨ ਕਈ ਲੋਕੀ ਹਾਲੇ ਵੀ ਆਪਣੇ ਆਪ ਨੂੰ ਉਸੇ ਤਰ੍ਹਾਂ ਪ੍ਰੈਪਰੇਸ਼ਨ ਕਰਦੇ ਨੇ ਕਿ ਜੋ ਵਕਤ ਮਿਲਦਾ ਹੈ, ਜੇ ਸਵੇਰ ਦੀ ਡਿਊਟੀ ਕਰਦੇ ਨੇ ਤੇ ਸ਼ਾਮ ਨੂੰ ਆ ਜਾਂਦੇ ਨੇ ਪ੍ਰਾਰਥਨਾ ਕਰਨ, ਤੇ ਰੋਜ਼ਾ ਜਿਹੜਾ ਹੈ ਉਹ ਪ੍ਰਾਰਥਨਾ ਕਰਨ ਤੋਂ ਬਾਅਦ ਤੋੜਨਾ ਹੈ। ਤੇ ਇਹ ਹੈ ਜਿਹੜੀ ਗੱਲ ਸਾਰੀ 40 ਦਿਨਾਂ ਦੀ। ਲੇਕਿਨ ਹੁਣ ਜਿਹੜਾ ਵਕਤ ਹੈ, ਇਹ ਹੁਣ ਅਸੀਂ ਜੇ ਗੱਲ ਕਰਾਂਗੇ ਤਾਂ ਲੱਗੇਗਾ ਹੁਣ ਕੀ ਚੇਂਜਸ ਆ ਗਏ ਨੇ, ਪਰ ਦਿਸ ਇਜ਼ ਹਾਊ ਇਟ ਵਾਸ ਸਪੋਜ਼ਡ ਟੂ ਬੀ। ਸਹੀ, ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਲਓ ਜੀ, ਹੁਣ ਅਸੀਂ ਗੱਲ ਕਰਾਂਗੇ ਜਿਹੜਾ ਅੱਜ ਦਾ ਅਸੀਂ ਹਵਾਲਾ ਪੜ੍ਹਿਆ ਉਹਦੇ ਬਾਰੇ 'ਚ, ਕਿ ਪਹਿਲੂ ਜ਼ਿਕਰ ਹੈ ਕਿ ਕਿਉਂ ਜੋ ਸਲੀਬ ਦੀ ਮੁਨਾਦੀ ਨਾਸ ਹੋਣ ਵਾਲਿਆਂ ਵਾਸਤੇ ਤੇ ਮੂਰਖ ਹੈ, ਪਰ ਸਾਡੇ ਨਜਾਤ ਲੈਣ ਵਾਲਿਆਂ ਵਾਸਤੇ ਖੁਦਾ ਦੀ ਕੁਦਰਤ ਹੈ। ਹਾਂਜੀ, ਇਹ ਜਿਹੜਾ ਲਿਖਿਆ ਪਹਿਲੂ ਕਿ ਕਿਉਂ ਜੋ ਸਲੀਬ ਦੀ ਮੁਨਾਦੀ, ਪੰਜਾਬੀ 'ਚ ਕੀ ਲਿਖਿਆ ਬ੍ਰਦਰ ਜੀ? ਸਲੀਬ ਦੀ ਕਥਾ। ਕਥਾ, ਮੇਰੇ ਖਿਆਲ ਇਹ ਬੜਾ ਅੱਛਾ ਲਫ਼ਜ਼ ਹੈ। ਡਾਕਟਰ ਸਾਹਿਬ, ਤੁਹਾਡੇ ਕੋਲ ਅੰਗਰੇਜ਼ੀ ਦੀ ਬਾਈਬਲ ਹੈ ਜੀ? ਕੀ ਲਿਖਿਆ ਉਹਦੇ 'ਚ? ਇੱਥੇ ਲਿਖਿਆ ਹੈ ਦ ਮੈਸੇਜ ਆਫ ਦ ਕ੍ਰਾਸ। ਮੈਸੇਜ ਆਫ ਦ ਕ੍ਰਾਸ। ਸਾਡੀ ਉਰਦੂ ਬਾਈਬਲ 'ਚ ਵੀ ਮੈਸੇਜ ਆਫ ਦ ਕ੍ਰਾਸ ਹੈ, ਲੇਕਿਨ ਸ਼ਾਇਦ ਤੁਹਾਡੀ ਕੋਈ ਤਰਜਮਾ ਫਰਕ ਹੈ। ਲੇਕਿਨ KJV ਜਿਹੜੀ ਹੈ ਜਾਂ ਕਿੰਗ ਜੇਮਸ ਵਰਸ਼ਨ, ਜੀ ਮੇਰੇ ਕੋਲ NIV ਹੈ, NAV ਹੈ। KJV ਦੇ ਵਿੱਚ ਲਿਖਿਆ ਦ ਸਟੋਰੀ ਆਫ ਦ ਕ੍ਰਾਸ, ਕਥਾ। ਕਥਾ ਜਿਹੜੀ ਹੁਣੀ ਅਸੀਂ ਦੂਜੀ ਪੰਜਾਬੀ ਸੁਣਿਆ ਜੀ। ਸੋ ਬ੍ਰਦਰ ਜੀ, ਤੁਸੀਂ ਥੋੜਾ ਜਿਹਾ ਇਹਦੇ ਤੇ ਰੋਸ਼ਨੀ ਪਾਓ ਕਿ ਇਹ ਸਟੋਰੀ ਆਫ ਦ ਕ੍ਰਾਸ ਜਾਂ ਕਥਾ ਕੀ ਹੈ, ਸਲੀਬ ਦੀ ਕਥਾ ਕੀ ਹੈ? ਸਲੀਬ ਦੀ ਕਥਾ, ਜਿਸ ਤਰ੍ਹਾਂ ਇਸ ਦੇ ਵਿੱਚ ਲਿਖਿਆ, ਸਲੀਬ ਦੀ ਕਥਾ, ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਹਨ ਮੂਰਖਤਾਈ ਹੈ, ਪਰ ਸਾਡੇ ਭਾਣੇ ਜਿਹੜੇ ਬਚਾਏ ਜਾਂਦੇ ਹਨ ਉਹ ਪਰਮੇਸ਼ਵਰ ਦੀ ਸ਼ਕਤੀ ਹੈ। ਜਦੋਂ ਅਸੀਂ ਪੌਲ ਦੇ ਬਾਰੇ ਸੋਚਦੇ ਹਾਂ, ਪੌਲ ਦਾ ਪਹਿਲਾ ਨਾਂ ਜਿਹੜਾ ਸੀ ਉਹ ਸਲੂਸ ਸੀ ਜੀ। ਤੇ ਜਦੋਂ ਅਸੀਂ ਬੁੱਕ ਆਫ ਐਕਟਸ ਦੇ ਵਿੱਚ ਜਾਂਦੇ ਹਾਂ, ਰਸੂਲਾਂ ਦੇ ਕਰਤੱਵ ਦੇ ਵਿੱਚ, ਜੀ, ਤੇ ਜਦੋਂ ਪਲੂਸ ਦਾ ਜਿਹੜਾ ਹੈ ਜੀਵਨ ਚੇਂਜ ਹੁੰਦਾ ਹੈ, ਜਦੋਂ ਉਹ ਦਮਸ਼ਕ ਨੂੰ ਜਾ ਰਿਹਾ ਹੈ ਜੀ, ਤੇ ਉਹਦੀ ਜਿਹੜੀ ਭੇਟ ਜਿਹੜੀ ਹੈ ਉਹ ਪ੍ਰਭੂ ਯਿਸੂ ਮਸੀਹ ਦੇ ਨਾਲ ਹੁੰਦੀ ਹੈ। ਜਦੋਂ ਆਕਾਸ਼ ਦੇ ਵਿੱਚੋਂ ਇੱਕ ਜੋਤ ਜਿਹੜੀ ਆ ਉਹਦੇ ਚਫੇਰੇ ਚਮਕਦੀ ਹੈ ਤੇ ਉਹ ਪੁੰਜੇ ਡਿੱਗ ਜਾਂਦਾ ਹੈ, ਥੱਲੇ ਡਿੱਗ ਜਾਂਦਾ ਹੈ ਜੀ। ਤੇ ਫਿਰ ਉਹਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਕਿ ਹੇ ਸਲੂਸ, ਤੂੰ ਮੈਨੂੰ ਕਿਉਂ ਸਤਾਉਂਦਾ ਹਾਂ? ਉਹ ਕਹਿੰਦਾ, ਤੂੰ ਕੌਣ ਆ? ਉਹ ਕਹਿੰਦਾ, ਮੈਂ ਯਿਸੂ ਹਾਂ। ਤੇ ਉਹ ਯਿਸੂ ਜਿਹੜਾ ਹੈ ਉਹਨੂੰ ਕਹਿੰਦਾ ਹੈ ਕਿ ਤੂੰ ਜਾ
ਤੇਰੇ ਵਾਸਤੇ ਇੱਕ ਰਸਤਾ ਮੈਂ ਜਿਹੜਾ ਹੈ ਉਹ ਤਿਆਰ ਕੀਤਾ ਹੈ ਕਿ ਦਮਿਸ਼ਕ ਦੇ ਵਿੱਚ ਹੀ ਇੱਕ ਹਨਨੀਆ ਨਾਮ ਦਾ ਇੱਕ ਚੇਲਾ ਸੀ, ਜੀ ਉਹਨੂੰ ਪਰਮੇਸ਼ਰ ਨੇ ਆਪਣੇ ਪ੍ਰਭੂ ਇੱਕ ਦਰਸ਼ਨ ਜਿਹੜਾ ਹੈ ਉਹ ਮਿਲਿਆ, ਜੀ ਔਰ ਉਹ ਦਰਸ਼ਨ ਦੇ ਵਿੱਚ ਹਨਨੀਆ ਜਿਹੜਾ ਕੀ ਵੇਖਦਾ ਹੈ, ਔਰ ਉਹ ਕਹਿੰਦਾ ਕਿ ਮੈਂ ਹਾਜ਼ਰ ਹਾਂ, ਤੇ ਪ੍ਰਭੂ ਉਹਨੂੰ ਕਹਿੰਦਾ ਉੱਠ ਤੇ ਉਹ ਗਲੀ ਜਿਹੜੀ ਸਿੱਧੀ ਘੁੰਮਦੀ ਆ ਉਧਰ ਨੂੰ ਜਾ, ਤੇ ਉੱਥੇ ਤੈਨੂੰ ਯਹੂਦਾ ਦੇ ਘਰ ਦੇ ਵਿੱਚ ਸਲੂਸੇ ਨਾਮ ਦਾ ਇੱਕ ਜੋ ਤਰਸ਼ਸ਼ ਦੇ ਵਿੱਚ ਦਾ ਰਹਿਣ ਵਾਲਾ ਹੈ, ਉਹ ਪ੍ਰਾਰਥਨਾ ਕਰਦਾ ਤੈਨੂੰ ਦਿਖੇਗਾ, ਤੇ ਤੂੰ ਉਹਦੇ ਉੱਤੇ ਹੱਥ ਰੱਖ ਤੇ ਉਹ ਸਜਾਖਾ ਹੋ ਜਾਏਗਾ। ਕਿਉਂਕਿ ਜਦੋਂ ਉਸਨੇ ਉਸ ਲਾਈਟ ਨੂੰ ਦੇਖਿਆ ਸੀ ਤੇ ਫਿਰ ਕੀ ਹੋ ਗਿਆ, ਉਹ ਦੇਖ ਨਹੀਂ ਹੀ ਪਾ ਰਿਹਾ। ਜੀ ਜੀ ਤੇ ਹਨਨੀਆ ਨੇ ਵੀ ਜਿਹੜਾ ਹੈ ਉੱਥੇ ਉੱਤਰ ਦਿੱਤਾ ਕਿ ਪ੍ਰਭੂ ਜੀ ਮੈਂ ਬੜੇ ਜੜਿਆਂ ਕੋ ਸੁਣਿਆ ਵਾ ਕਿ ਇਹ ਬੰਦਾ ਜਿਹੜਾ ਹੀ ਇਹ ਤੇਰੇ ਲੋਕਾਂ ਦਾ ਜਿਹੜਾ ਸੀ ਉਹ ਨਾਸ਼ ਕਰਦਾ ਹੈ, ਉਹਨਾਂ ਨੂੰ ਸਤਾਉਂਦਾ ਹੈ, ਉਹਨਾਂ ਦੇ ਖਿਲਾਫ ਜਿਹੜਾ ਹੈ ਇਹ ਉੱਠਿਆ ਹੈ, ਇਹ ਬਰਿਆਈ ਕਰਦਾ ਹੈ, ਤੇ ਤੂੰ ਮੈਨੂੰ ਕਹਿਣ ਦਿਆ ਕਿ ਇਹਦੇ ਤੇ ਤੂੰ ਹੱਥ ਰੱਖ, ਤੈਨੂੰ ਤੂੰ ਚੰਗਿਆ ਕਰ ਦੇ। ਕਿਉਂਕਿ ਇਹਨੇ ਵੀ ਜਿਹੜੀ ਸੀ ਇਹ ਸਲੀਬ ਦੀ ਜਿਹੜੀ ਕਥਾ ਜਿਹੜੀ ਸੀ ਉਹ ਸੁਣੀ ਸੀ। ਜੀ ਸਾਨੂੰ ਯਾਦ ਹੋਏਗਾ ਕਿ ਜਦੋਂ ਇਹ ਸਭ ਤੋਂ ਪਹਿਲਾਂ ਜਿਹੜਾ ਸ਼ਹੀਦ ਨਵੀਂ ਕਲੀਸਿਆ ਦੇ ਵਿੱਚ, ਮਸੀਹ ਕਲੀਸਿਆ ਦੇ ਵਿੱਚ ਹੋਇਆ ਸੀ, ਉਹ ਸੀ ਸਟੀਫਨ, ਜਿਹਨੂੰ ਕਹਿੰਦੇ ਆ ਇੰਗਲਿਸ਼ ਦੇ ਵਿੱਚ। ਜੀ ਤੇ ਉਹਨੇ ਵੀ ਉੱਥੇ ਉਹ ਪ੍ਰਚਾਰ ਕੀਤਾ ਸੀ ਪ੍ਰਭੂ ਯਿਸੂ ਮਸੀਹ ਦੇ ਬਾਰੇ। ਉਹ ਤੋਂ ਪਹਿਲਾਂ ਸੰਤ ਪੀਟਰ ਨੇ ਜਿਹੜਾ ਹੈ ਉਹਨੇ ਵੀ ਪ੍ਰਚਾਰ ਕੀਤਾ ਸੀ ਇਸ ਕ੍ਰਾਸ ਦੇ ਬਾਰੇ ਕਿ ਇਹ ਉਹ ਹੀ ਪ੍ਰਭੂ ਯਿਸੂ ਮਸੀਹ ਹੈ ਜਿਹੜਾ ਇੱਕ ਕੁਆਰੀ ਤੋਂ ਜਨਮ ਲਿਆ, ਉਹਨੇ ਉਹ ਸਾਡੇ ਵਿੱਚ ਰਿਹਾ, ਉਹਨੇ ਜਿਹੜਾ ਹੈ ਫਿਰ ਕੀ ਕੀਤਾ ਹੈ, ਮੇਰਾ ਖਿਆਲ ਹੈ ਜੀ ਕਿ ਸਾਡਾ ਰਾਬਤਾ ਟੁੱਟ ਗਿਆ ਉਹਨਾਂ ਨਾਲ, ਬ੍ਰਦਰ ਜੀ ਨਾਲ, ਤੇ ਅਸੀਂ ਫਿਰ ਉਹ ਮੇਰੇ ਖਿਆਲ ਜੁਆਇਨ ਕਰਨਗੇ। ਹਾਂਜੀ ਡਾਕਟਰ ਸਾਹਿਬ, ਤੁਹਾਡੇ ਜ਼ਿਹਨ 'ਚ ਕੀ ਹੁੰਦਾ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਦ ਸਟੋਰੀ ਆਫ ਦ ਕ੍ਰਾਸ? ਮੈਂ ਫਿਰ ਇਹਦੇ ਬਾਅਦ 'ਚ ਗੱਲ ਕਰਾਂਗਾ ਕਿ ਮੈਂ ਕੀ ਸਮਝਦਾ ਜੀ। ਪਾਸੇ ਜੀ ਮੇਰੇ ਖਿਆਲ ਨਾਲ ਸ਼ੁਰੂਆਤ ਠੀਕ ਹੋ ਗਈ। ਬ੍ਰਦਰ ਇਮੈਨੂਅਲ ਨੇ ਸਾਨੂੰ ਦੱਸਿਆ ਥੋੜਾ ਜਿਹਾ ਕਿ ਸ਼ੁਰੂਆਤ ਕਿਤੇ ਹੋਰ ਵੀ ਮੈਸੇਜ ਜਿਹੜਾ ਦਿੱਤਾ ਗਿਆ ਹੈ, ਤੇ ਕਿਸ ਤਰ੍ਹਾਂ ਉਹ ਪੌਲ ਦੀ ਕਨਵਰਸ਼ਨ ਦੇ ਬਾਰੇ ਥੋੜਾ ਜਿਹਾ ਉਹਨਾਂ ਨੇ ਸਮਝਾਇਆ ਸਾਨੂੰ। ਅਸੀਂ ਇਸ ਵੇਲੇ ਜਦੋਂ ਸਿਰਫ ਇੰਨੀ 2 ਵਰਸਿਸ ਤੇ ਕੰਸੈਂਟਰੇਟ ਕਰੀਏ ਕਿ ਸਟੋਰੀ ਕੀ ਹੈ ਕ੍ਰਾਸ ਦੀ, ਰਾਈਟ? ਹਾਂਜੀ ਤੇ ਸਟੋਰੀ ਆਫ ਕ੍ਰਾਸ ਜਿਹੜੀ ਹੈ ਉਹ ਸ਼ੁਰੂਆਤ ਤੋਂ ਲੈ ਕੇ ਮੇਰੇ ਖਿਆਲ ਨਾਲ ਸਾਡੀ ਜਿਹੜੀ ਪੂਰੀ ਕ੍ਰਿਸਚੈਨਿਟੀ ਹੈ ਜੀ, ਇਹਦਾ ਬੇਸ ਜਿਹੜਾ ਬੇਸ ਹੈ ਇਸ ਸਾਡੀ ਕ੍ਰਿਸਚੈਨਿਟੀ ਦਾ, ਉਹ ਹੈ ਹੀ ਸਟੋਰੀ ਆਫ ਕ੍ਰਾਸ ਹੈ। ਦੈਟਸ ਰਾਈਟ, ਬਿਲਕੁਲ ਠੀਕ ਹੈ। ਹਰ ਇਹਨੂੰ ਇੱਕ ਤਰ੍ਹਾਂ ਦਾ ਸਿੰਬਲ ਲੈ ਲਿਆ ਗਿਆ, ਰਾਈਟ? ਕਿਉਂਕਿ ਅਸੀਂ ਬਲੀਵ ਕੀਤਾ, ਰਾਈਟ? ਸਾਡੇ ਜਿਹੜੀ ਕ੍ਰਿਸਚੈਨਿਟੀ ਦੇ ਵਿੱਚ ਬਲੀਵ ਕੀਤਾ ਜਾਂਦਾ ਹੈ ਕਿ ਵੀ ਡੂ ਨਾਟ ਬਲੀਵ ਇਨ ਬੁੱਤ ਪੂਜਾ 'ਚ ਬਲੀਵ ਨਹੀਂ ਕਰਦੇ, ਤੇ ਇਸ ਕਰਕੇ ਅਸੀਂ ਕੋਈ ਸਟੈਚੂ ਨਹੀਂ ਬਣਾਉਣੇ, ਰਾਈਟ? ਚਾਹੇ ਉਹ ਜੀਸਸ ਦਾ ਹੀ ਹੋ। ਤੇ ਕ੍ਰਾਸ ਕਾਈਂਡ ਆਫ ਸਿਗਨੀਫਾਈ ਕਰਦੀ ਸੀ, ਹੁਣ ਤੱਕ ਕਰਦੀ ਹੈ, ਰਾਈਟ? ਕਿ ਅਸੀਂ ਵੀ ਆਰ ਕ੍ਰਿਸਚੀਅਨਸ ਐਂਡ ਵੀ ਫੋਲੋ ਕ੍ਰਾਈਸਟ। So that is where our story of cross ਜਿਹੜੀ ਹੈ, ਇਸ ਕਰਕੇ ਕ੍ਰਿਸਚੀਅਨਸ ਵਾਸਤੇ, ਐਂਡ ਆਈ ਥਿੰਕ ਇਹੀ ਗੱਲਾਂ ਉਹ ਸ਼ੁਰੂਆਤ ਤੋਂ ਲੈ ਕੇ ਹੁਣ ਸ਼ੁਰੂ ਕੀਤੀ ਉਹਨੇ ਜਦੋਂ ਗੱਲ, ਤੇ ਉਹੀ ਕਹਿ ਰਿਹਾ ਕਿ ਇਹ ਮੂਰਖਾਂ ਵਾਸਤੇ ਕ੍ਰਾਸ ਜਿਹੜੀ ਹੈ ਉਹਨੂੰ ਕੋਈ ਇਟਸ, ਉਹ ਕਹਿੰਦਾ ਫॉर ਦੋਜ਼ ਮੂਰਖਾਂ ਵਾਸਤੇ who are perishing, ਮਤਲਬ ਉਹਨਾਂ ਵਾਸਤੇ ਇਹਦਾ ਕੋਈ ਮੁੱਲ ਹੀ ਨਹੀਂ ਹੈਗਾ, ਕੋਈ ਇਹਦੀ ਉਹਨਾਂ ਦਾ ਵੈਲਿਊ ਨਹੀਂ ਹੈਗੀ। ਹਾਂਜੀ, ਉਹਨਾਂ ਦਾ ਅੰਜਾਮ ਵੀ ਹਲਾਕਤ ਹੈ, ਯਾਨੀ ਹਾਂ, ਹਾਂਜੀ ਠੀਕ ਹੈ। ਤੇ ਉਹਨਾਂ ਜਿਹੜਾ ਕ੍ਰਾਸ ਨੂੰ ਨਹੀਂ ਜਾਣਦਾ ਜਾਂ ਕ੍ਰਾਸ ਨੂੰ ਨਹੀਂ ਮੰਨਦਾ, ਉਹਦੇ ਹਿਸਾਬ ਨਾਲ ਤੇ ਉਹ ਖਤਮ ਹੀ ਹੈ। ਤੇ ਜਿਹੜਾ ਮੰਨਦਾ ਹੈ ਉਹਦੇ ਵਾਸਤੇ ਇਹ ਪਾਵਰਫੁਲ ਹੈ, ਯਾਨੀ ਕਿ ਜਿੱਦਾਂ ਤੁਸੀਂ ਕਿਹਾ ਕਿ ਇਹਦੇ, ਰਾਈਟ? ਤੇ ਇਹ ਸਾਡੀ ਜਿਹੜੀ ਕ੍ਰਿਸਚੈਨਿਟੀ ਹੈ ਇਹ ਹੈ ਹੀ ਸਟੋਰੀ ਆਫ ਕ੍ਰਾਸ ਤੇ ਬੇਸਡ ਹੈ, ਕਿਉਂਕਿ ਜੀਸਸ ਕ੍ਰਾਈਸਟ ਅਗਰ ਕ੍ਰੂਸੀਫਾਈ ਨਹੀਂ ਹੁੰਦਾ, ਸਾਡੇ सिंस नहीं ले लेंदा अपने ऊपर। I think the whole concept of Christianity was there is no need, फिर तो और ही कुछ और बन सकता सी, लेकिन Christianity followers of Christ ਜਿਹੜੀ ਅਸੀਂ हैं, that's why cross is
the most important message or story for us. ਬਿਲਕੁਲ ਜੀ। ਡਾਕਟਰ ਸਾਹਿਬ ਮੈਂ ਥੋੜੀ ਜਿਹੀ ਲੰਮੀ ਗੱਲ ਕਰਾਂਗਾ ਜੀ ਕਿ ਪਹਿਲੀ ਗੱਲ ਇਹ ਵੇ ਕਿ ਯਾਨੀ ਜਦੋਂ ਕਿਹਨੂੰ ਕਹਿੰਦੇ ਨੇ ਪਲੂਸ ਗੱਲ ਕਰ ਰਿਹਾ, ਤੇ ਉਹ ਇਸ ਸੈਂਸ 'ਚ ਗੱਲ ਕਰ ਰਿਹਾ ਕਿ ਜਿਹੜੇ ਵਕਤ ਦਾ ਲੋਕੀ ਇੰਤਜ਼ਾਰ ਕਰ ਰਹੇ ਸਨ, ਠੀਕ ਹੈ, ਕਿ ਉਹਦਾ ਮਜ਼ਾਇਆ ਇਸ ਦੁਨੀਆ 'ਚ ਆਏਗਾ। ਜੀ ਜਿਹੜੇ ਵਕਤ ਦਾ ਉਹ ਇੰਤਜ਼ਾਰ ਕਰ ਰਹੇ ਸਨ, ਉਹ ਕਹਿੰਦਾ ਕਿ ਉਹ ਆ ਚੁੱਕਿਆ, ਠੀਕ ਹੈ। ਠੀਕ ਦੂਸਰੀ ਗੱਲ ਕਿ ਉਹਦੇ 'ਚ ਅਸੀਂ ਵੇਖਦੇ ਹਾਂ ਕਿ ਉਹਦੀ ਕਿਹਨੂੰ ਕਹਿੰਦੇ ਨੇ ਜ਼ਿੰਦਗੀ ਹੈ, ਉਹਦੀ ਮੌਤ ਹੈ, ਤੇ ਉਹਦੀ ਰੈਜ਼ਰੈਕਸ਼ਨ ਯਾਨੀ ਉਹਦਾ ਜੀ ਉੱਠਣਾ। ਜੀ ਦਿਸ ਇਜ਼ ਪਾਰਟ ਆਫ ਦ ਸਟੋਰੀ। Yeah. ਉਹਦੀ ਜ਼ਿੰਦਗੀ, ਉਹਦੀ ਡੈਥ, ਉਹਦੀ ਮੌਤ, ਉਹਦੇ ਬਾਅਦ ਉਹਦਾ ਜੀ ਉੱਠਣਾ। ਬਿਲਕੁਲ। ਤੀਸਰੀ ਗੱਲ ਇਹ ਕਿ ਜਿਹੜੀ ਉਹਦੇ ਬਾਰੇ 'ਚ ਪੇਸ਼ਨ ਗੋਈਆਂ ਜਾਂ ਪ੍ਰੋਫੈਸੀਜ਼ ਹੋਈਆਂ ਸਨ, ਉਹ ਸਾਰੀਆਂ ਪੂਰੀਆਂ ਹੋ ਗਈਆਂ, ਠੀਕ ਹੈ। At the death, at the cross. Regarding his birth and also regarding the cross, right? Yeah, at the cross they were fulfilled. That's right. Right. ਉਹਦੇ ਬਾਅਦ ਇਹ ਵੇਖੇ ਯਾਨੀ ਜਿਸ ਤਰ੍ਹਾਂ ਉਹ ਇਸ ਦੁਨੀਆ ਤੋਂ ਉੱਤੇ ਉਠਾਇਆ ਗਿਆ, ਤੁਹਾਨੂੰ ਪਤਾ ਹੈ ਅਮਾਲ ਦੇ ਵਿੱਚ ਲਿਖਿਆ ਕਿ ਸ਼ਾਗਿਰਦਾਂ ਦੇ ਵਹਿੰਦੇ ਵਹਿੰਦੇ ਉਹ ਅਸਮਾਨ ਤੇ ਚੁੱਕਿਆ ਗਿਆ, ਤੇ ਉਹ ਇਸ ਤਰ੍ਹਾਂ ਹੀ ਵਾਪਸ ਆਏਗਾ। ਉੱਥੇ ਉਹਨਾਂ ਨੇ ਦੱਸਿਆ ਗਿਆ ਕਿ ਜਿੰਜ ਤੁਸੀਂ ਇਹਨੂੰ ਜਾਂਦਿਆਂ ਵੇਖਿਆ, ਉਂਝ ਹੀ ਇਹ ਵਾਪਸ ਆਏਗਾ ਜੀ, ਠੀਕ ਹੈ। ਔਰ ਆਖਰੀ ਗੱਲ ਇਹ ਕਿ ਬੜੀ ਜ਼ਰੂਰਤ ਹੈ ਕਿ ਅਰਜੈਂਟ ਇੱਕ ਇਨਵੀਟੇਸ਼ਨ ਦਿੱਤੀ ਜਾਏ ਕਿ ਤੁਸੀਂ ਰਿਪੈਂਟ ਕਰੋ, ਤੋਬਾ ਕਰੋ, ਤੇ ਉਹਦਾ ਜਿਹੜਾ ਗਿਫਟ ਉਹਨੇ ਦੇਣ ਦਾ ਵਾਅਦਾ ਕੀਤਾ ਉਹ ਹਾਸਲ ਕਰੋ। ਜੀ ਮੈਂ ਸਮਝਦਾ ਕਿ ਇਹ ਪੂਰੀ ਸਟੋਰੀ ਹੈ ਕ੍ਰਾਸ ਦੀ, ਕਿ ਕਿਸ ਤਰ੍ਹਾਂ ਉਹਦਾ ਜਿਹੜਾ ਉਹ ਵਕਤ ਹੈ ਜਾਂ ਜਿਹਦਾ ਲੋਕੀ ਇੰਤਜ਼ਾਰ ਕਰ ਰਹੇ ਸਨ ਉਹ ਆ ਗਿਆ। ਉਹਦੇ ਬਾਅਦ ਕਿਹਨੂੰ ਕਹਿੰਦੇ ਨੇ ਕਿ ਉਹਦੀ ਲਾਈਫ ਹੈ, ਡੈਥ ਹੈ, ਰੈਜ਼ਰੈਕਸ਼ਨ ਯਾਨੀ ਉਹਦਾ ਮਰਨਾ, ਉਹਦੀ ਜ਼ਿੰਦਗੀ, ਉਹਦਾ ਮਰਨਾ, ਉਹਦਾ ਜੀ ਉੱਠਣਾ, ਔਰ ਉਹਦਾ ਅਸਮਾਨ ਤੇ ਉਠਾਇਆ ਜਾਣਾ। ਇਹ ਸਾਰਾ ਕੁਝ ਜਿਹੜਾ ਇਹਦਾ ਪਾਰਟ ਹੈ। ਉਹਦੇ ਬਾਅਦ ਇਹ ਕਿ ਯਾਨੀ ਇਹ ਪ੍ਰੋਫੈਸੀਜ਼ ਜਿਹੜੀਆਂ ਨੇ ਉਹ ਸਾਰੀਆਂ ਫੁੱਲਫਿਲ ਹੋ ਗਈਆਂ, ਠੀਕ ਹੈ। ਉਹਦੇ ਬਾਅਦ ਇਹ ਵੇਖੇ ਉਹ ਕਿਹਨੂੰ ਕਹਿੰਦੇ ਨੇ ਕਿ ਜਿਸ ਤਰ੍ਹਾਂ ਉਹ ਜਾਂਦਾ ਹੈ ਉਸ ਤਰ੍ਹਾਂ ਹੀ ਉਹ ਵਾਪਸ ਆਏਗਾ ਜੀ। ਸੋ ਉਹਦੇ ਬਾਅਦ ਅਸੀਂ ਵੇਖਦੇ ਹਾਂ ਕਿ ਆਖਰ ਦੇ ਵਿੱਚ ਇਹ ਗੱਲ ਹੈ ਕਿ ਰਿਪੈਂਟ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਹ ਵਕਤ ਜਿਹੜਾ ਉਹ ਬਹੁਤ ਨਾਜ਼ੁਕ ਹੈ, ਔਰ ਰਿਪੈਂਟ ਕਰਕੇ ਅਸੀਂ ਉਹ ਤੋਹਫਾ ਜਿਹੜਾ ਖੁਦਾਵੰਦ ਯਿਸੂ ਨੇ ਦੇਣ ਦਾ ਵਾਅਦਾ ਕੀਤਾ ਸੀ, ਹੋਲੀ ਸਪਿਰਿਟ, ਉਹ ਖੁਦਾ ਸਾਨੂੰ ਦੇਗਾ। ਸੋ ਇਹ ਪੂਰੀ ਸਟੋਰੀ ਕ੍ਰਾਸ ਦੀ ਹੈ, ਤੇ ਕਿਹਨੂੰ ਕਹਿੰਦੇ ਨੇ ਕਿ ਖੁਦਾ ਜਿਹੜਾ ਉਹ ਸਾਨੂੰ ਇਹ ਸਟੋਰੀ ਦੇ ਵਸੀਲੇ, ਹੁਣ ਅੱਗੇ ਅਸੀਂ ਗੱਲ ਕਰਾਂਗੇ ਕਿ ਇਹ ਸਟੋਰੀ ਜਿਹੜੀ ਹੈ ਉਹ ਜਿਹੜੇ ਨਾਸ ਹੋਣ ਵਾਲੇ ਨੇ ਉਹਨਾਂ ਵਾਸਤੇ ਮੂਰਖ ਹੈ, ਯਾਨੀ ਉਹਨਾਂ ਵਾਸਤੇ ਤੇ ਇਹ ਐਵੇਂ ਬੇਵਕੂਫੀ ਦੀ ਗੱਲ ਹੈ ਨਾ ਜੀ, ਬਿਲਕੁਲ। ਤੇ ਜਿਹੜੇ ਨਜਾਤ ਪਾਉਣ ਵਾਲੇ ਨੇ ਉਹਨਾਂ ਵਾਸਤੇ ਖੁਦਾ ਦੀ ਕੁਦਰਤ ਹੈ। ਹਾਂਜੀ, ਮੈਂ ਡਾਕਟਰ ਸਾਹਿਬ ਤੁਹਾਡੇ ਕੋਲ ਜ਼ਰਾ ਥੋੜਾ ਜਿਹਾ ਪੁੱਛਾਂਗਾ ਕਿ ਉਹ ਇਹਨੂੰ ਬੇਵਕੂਫੀ ਕਿਉਂ ਕਹਿੰਦੇ ਨੇ? ਦੇਖੋ ਜੀ, ਉਸ ਜ਼ਮਾਨੇ ਤੋਂ ਲੈ ਕੇ ਹੁਣ ਤੱਕ 2000 ਸਾਲ ਹੋ ਗਏ, ਨਾ ਉਦੋਂ ਇਹ ਗੱਲ ਕਿਸੇ ਨੂੰ ਪਚੀ ਤੇ ਨਾ ਹੁਣ ਕਾਫੀ ਲੋਕਾਂ ਨੂੰ ਪਚਦੀ ਹੈ ਕਿ ਕੋਈ ਇਨਸਾਨ ਕਿਸੇ ਵਾਸਤੇ ਆਪਣੀ ਜਾਨ ਕਿਉਂ ਦੇ ਦੇਗਾ। ਕੋਈ ਇਨਸਾਨ, ਪਹਿਲੀ ਗੱਲ ਤੇ ਇਹ ਕਿ ਕੋਈ ਇਨਸਾਨ ਆਪਣੀ ਜਾਨ ਕਿਸੇ ਵਾਸਤੇ ਕਿਉਂ ਦੇ ਦੇਗਾ, ਔਰ ਜੇ ਉਹ ਆਪਣੀ ਜਾਨ ਦੇ ਰਿਹਾ ਹੈ ਤੇ ਕੀ ਉਹ ਜਾਨ ਸਾਨੂੰ ਸਾਰਿਆਂ ਨੂੰ ਬਚਾ ਸਕਦੀ ਹੈ? ਜੀ, ਇਹ ਦੋ ਗੱਲਾਂ ਜਿਹੜੀਆਂ ਨੇ, ਇਹ ਦੋਵੇਂ ਗੱਲਾਂ ਦੇਖੋ, ਦ ਡੈਥ ਔਨ ਦ ਕ੍ਰਾਸ, ਜੀਸਸ ਦੀ ਜਿਹੜੀ ਮੌਤ ਹੋਈ ਹੈ, ਰਾਈਟ, ਉਸ ਨੂੰ 100% ਸਾਇੰਟੀਫਿਕਲੀ ਪ੍ਰੂਵ ਕੀਤਾ ਜਾ ਚੁੱਕਾ ਹੈ ਜੀ, ਬਾਈ ਹਿਸਟੋਰੀਕਲੀ ਐਂਡ ਵੈਲ ਐਜ਼ ਸਾਇੰਟੀਫਿਕਲੀ, ਕਿ ਉਸ ਟਾਈਮ ਤੇ ਕੌਣ ਸੀਗਾ, ਕਿੱਦਾਂ ਲੋਕਾਂ ਨੇ ਪੂਰੀ ਸਟੱਡੀ ਕੀਤੀ ਹੈ। ਹਰ ਗੱਲ ਜਿਹੜੀ ਹੈ ਉਹ ਓਪਨ, ਬਾਈਬਲ ਜਿਹੜੀ ਹੈ ਉਹ ਇੱਕ ਐਸੀ ਬੁੱਕ ਹੈ ਜਿਹਦੇ ਬਾਰੇ ਮੈਕਸਿਮਮ ਲੋਕਾਂ ਨੇ ਸਰਚ ਕੀਤੀ ਹੈ, ਐਂਡ ਦੇ ਹੈਵ ਟਰਾਈਡ ਟੂ ਮੇਕ ਇਟ, ਬ੍ਰੇਕ ਇਟ ਔਰ ਮੇਕ ਇਟ, ਜਾਂ ਤੇ ਇਹ ਗੱਲ ਸੱਚੀ ਸਾਬਤ ਹੋਏਗੀ ਜਾਂ ਇਹ ਝੂਠੀ ਸਾਬਤ ਹੋਏਗੀ। ਤੇ 2000 ਸਾਲ ਬਾਅਦ ਇੰਨੀ ਸਾਡੇ ਕੋਲ ਉਹ ਹੈਗੀ ਹੈ, ਸਾਇੰਟੀਫਿਕਲੀ ਅਸੀਂ ਇੰਨੇ ਉਹ ਦੂਰ ਤੱਕ ਜਾ ਚੁੱਕੇ ਹਾਂ, ਜੈਨੇਟਿਕ ਇੰਜੀਨੀਅਰਿੰਗ ਤੱਕ ਹੋ ਚੁੱਕੀ ਹੈ। ਦੇ ਹੈਵ ਟਰਾਈਡ ਐਂਡ ਇਟ ਹੈਜ਼ ਨਾਟ ਬੀਨ ਡਿਸਪਿਊਟਡ ਐਟ ਆਲ ਕਿ ਜੀ ਇਹ 'ਚ ਕੋਈ ਪ੍ਰੋਬਲਮ ਹੈ, ਠੀਕ ਹੈ, ਕਿ ਇਹ ਏਦਾਂ ਨਹੀਂ ਹੋਇਆ,
ਤਾਂ ਜੀਸਸ ਤੇ ਡੈਥ ਜਿਹੜੀ ਹੈ ਉਹ 100% ਹੋਈ, ਜੀ ਠੀਕ ਹੈ। ਤੇ ਇਹ ਗੱਲ ਜਿਹੜੀ ਹੈ ਉਹ ਹੁਣ ਜਿਹੜੇ ਸਾਇੰਸਦਾਨ ਨੇ, ਜਿਹੜਾ ਕਿ ਉਹ ਕਹਿੰਦਾ ਕਿ ਗ੍ਰੀਕ ਜਿਹੜੇ ਸੀ ਉਸ ਲੱਭਦੇ ਨੇ ਵਿਜ਼ਡਮ, ਤੇ ਉਹ ਪ੍ਰੂਵ ਹੋ ਗਈ, ਉਹਨਾਂ ਨੇ ਦੇਖ ਲਿਆ ਕਿ ਦਿਸ ਇਜ਼ ਹਾਊ ਇਟ ਇਜ਼। ਦੈਨ ਆ ਜਾਂਦੀ ਹੈ ਰੈਜ਼ਰੈਕਸ਼ਨ ਆਫ ਕ੍ਰਾਈਸਟ ਵਿਚ ਇਜ਼ ਆਲਸੋ ਪਾਰਟ ਆਫ ਦ ਸਟੋਰੀ। ਹੁਣ ਇਸ ਗੱਲ ਤੇ ਫਿਰ ਉਹੀ ਗੱਲ ਆ ਜਾਂਦੀ ਹੈ, ਜਿਹੜਾ ਇਨਸਾਨ ਵਿਸ਼ਵਾਸ ਨਹੀਂ ਕਰਦਾ ਉਹ ਇਸ ਗੱਲ ਨੂੰ ਪ੍ਰੂਵ ਕਰਨ ਚ ਲੱਗਾ ਹੈ ਹੁਣ ਤੱਕ, ਕਿਉਂਕਿ ਉਹ ਕਹਿੰਦਾ ਏਦਾਂ ਹੋ ਹੀ ਨਹੀਂ ਸਕਦਾ, ਕੋਈ ਬੰਦਾ ਹਾਂਜੀ ਜੀ ਨਹੀਂ ਉੱਠਦਾ, ਬਿਲਕੁਲ ਏਦਾਂ ਕਦੀ ਹੋ ਹੀ ਨਹੀਂ ਸਕਦਾ, ਕੋਈ ਬੰਦਾ ਮਰ ਕੇ ਜੀ ਨਹੀਂ ਉੱਠਿਆ, ਰਾਈਟ। ਜਿੰਨੇ ਨਬੀ ਆਏ ਸਾਰੇ ਮਰ ਗਏ, ਦੁਬਾਰਾ ਨਹੀਂ ਜੀ ਉੱਠੇ, ਇਹ ਨਹੀਂ ਹੋ ਸਕਦਾ। ਤੇ ਇਸ ਕਰਕੇ ਉਸ ਗੱਲ ਨੂੰ ਵੀ ਅਸੀਂ ਸਾਇੰਟੀਫਿਕਲੀ ਪ੍ਰੂਵਨ ਆ, ਜੀ ਜਿੱਥੇ ਬੋਡੀ ਰੱਖੀ ਗਈ ਸੀ ਉੱਥੇ ਉਹਨਾਂ ਨੇ ਹਰ ਤਰ੍ਹਾਂ ਦਾ ਸੈਂਪਲ ਲੈ ਕੇ ਦੇਖ ਲਿਆ ਕਿ ਸ਼ਾਇਦ ਇੱਥੋਂ ਕੋਈ ਨਾ ਕੋਈ ਸਾਨੂੰ ਜੈਨੇਟਿਕ ਉਹ ਮਟੀਰੀਅਲ ਮਿਲ ਜਾਏ ਜਿਹੜਾ ਕਿ ਅਸੀਂ ਕਹਿ ਸਕੀਏ ਕਿ ਬੋਡੀ ਇੱਥੇ ਹੀ ਸੀਗੀ, ਸਹੀ ਥੋੜੀ ਦੇਰ ਵਾਸਤੇ ਸੀਗੀ, ਇਹਨਾਂ ਨੇ ਗਾਇਬ ਕਰਤੀ ਬਾਅਦ ਚੋਂ, ਰਾਈਟ। ਐਦਾਂ ਦਾ ਕੋਈ ਉਹ ਨਹੀਂ ਹੈਗਾ ਹੁਣ ਇੰਨੇ ਸਾਲਾਂ ਬਾਅਦ ਵੀ ਅਸੀਂ। ਤੇ ਇਸ ਕਰਕੇ ਜਦੋਂ ਉਹ ਕਹਿ ਰਿਹਾ ਕਿ the message of the cross is foolishness, ਜਿਹੜੇ ਕਿ ਪੂਰੀ ਤਿਆਰੀ ਨਾਲ ਖਤਮ ਹੋਣਾ ਚਾਹੁੰਦੇ ਉਹਨਾਂ ਵਾਸਤੇ ਤੇ ਇਹ ਮੂਰਖਤਾ ਹੀ ਆ, ਸਹੀ ਲੇਕਿਨ ਜਿਹੜੇ ਵਿਸ਼ਵਾਸ ਕਰਦੇ ਨੇ ਉਹਨਾਂ ਵਾਸਤੇ ਇਹ ਖੁਦਾ ਦੀ ਕੁਦਰਤ ਆ ਕਿ ਬਹੁਤ ਇਹ ਏਦਾਂ ਕਿੱਦਾਂ ਹੋ ਗਿਆ, ਬਿਲਕੁਲ ਇਹ ਏਦਾਂ ਹੀ ਹੋਇਆ। ਇਸੇ ਕਰਕੇ ਅਸੀਂ ਖੁਦਾ ਦੇ ਬੇਟੇ ਤੇ ਵਿਸ਼ਵਾਸ ਕਰਦੇ ਹਾਂ, ਕਿਉਂਕਿ ਬਹੁਤ ਇਹ ਏਦਾਂ ਹੋਇਆ ਹੈ। ਬਹੁਤ ਅੱਛਾ, ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਮੈਂ ਇੱਕ ਹੋਰ ਐਂਗਲ ਤੋਂ ਵੀ ਵੇਖਦਾ ਕਿ ਅਸਲ 'ਚ ਪੌਲੁਸ ਰਸੂਲ ਯਹੂਦੀਆਂ ਤੇ ਯੂਨਾਨੀਆਂ ਦੀ ਗੱਲ ਕਰਦਾ। ਜੀ ਯਹੂਦੀ ਲੋਕ ਯਾਨੀ ਪੁਰਾਣੇ ਅਹਿਦਨਾਮੇ 'ਚ ਲਿਖਿਆ ਕਿ ਜਿਹੜਾ ਸ਼ਖਸ ਲੱਕੜੀ ਤੇ ਲਟਕਾਇਆ ਗਿਆ ਉਹ ਲਾਨਤੀ ਹੈ, ਲਾਂਤੀ। ਠੀਕ ਹੈ। ਸੋ ਉਹ ਇਸ ਗੱਲ ਨੂੰ ਮੰਨ ਹੀ ਨਹੀਂ ਸਕਦੇ ਕਿ ਕਿਸ ਤਰ੍ਹਾਂ ਇੱਕ ਜਿਹੜਾ ਕਿਹਨੂੰ ਕਹਿੰਦੇ ਨੇ ਖੁਦਾ ਦਾ ਬਰਗਜ਼ੀਦਾ ਹੈ ਜਾਂ ਜਿਹੜਾ ਖੁਦਾ ਦਾ ਬੇਟਾ ਹੈ ਜਾਂ ਜਿਹੜਾ ਮਸੀਹ ਹੈ, ਉਹ ਕਿਸ ਤਰ੍ਹਾਂ ਇੱਕ ਇਹੋ ਜਿਹੀ ਮੌਤ ਮਰ ਸਕਦਾ ਹੈ ਜਿਹੜੀ ਲਾਨਤੀ ਮੌਤ ਹੈ, ਲਾਨਤੀ ਮੌਤ ਹੈ। ਸੋ ਇਸ ਲਈ ਉਹ ਆਉਂਦੇ ਨੇ ਕਿ ਇਹ ਤੇ ਮੂਰਖਤਾ ਹੈ ਸਾਰੀ, ਇਹ ਤੇ ਬੇਵਕੂਫੀ ਵਾਲੀ ਗੱਲ ਹੈ ਕਿ ਜਿਹੜਾ ਖੁਦਾ ਦਾ ਚੁਣਿਆ ਹੋਇਆ ਬੰਦਾ ਹੈ ਜਾਂ ਉਹਦਾ ਬੇਟਾ ਹੈ ਜਾਂ ਉਹਦਾ ਮਸੀਹ ਹੈ, ਉਹ ਕਿਸ ਤਰ੍ਹਾਂ ਸਲੀਬ ਦੇ ਉੱਤੇ ਆਪਣੀ ਜਾਨ ਦੇ ਸਕਦਾ ਹੈ। ਸੋ ਇਹ ਬੜੀ ਵੱਡੀ ਗੱਲ ਹੈ ਸਮਝਣ ਵਾਲੀ ਕਿ ਕਦੀ ਕਦੀ ਅਸੀਂ ਕਿਹਨੂੰ ਕਹਿੰਦੇ ਨੇ ਕਿ ਆਪਣੇ ਆਪ ਨੂੰ ਬਹੁਤ ਪੌਲੁਸ ਰਸੂਲ ਅੱਗੇ ਕਹਿੰਦਾ ਵੀ ਹੈ ਕਿ ਜਿਹੜੇ ਆਪਣੇ ਆਪ ਨੂੰ ਬੜੇ ਸਿਆਣੇ ਦਨਾ ਸਮਝਦੇ ਨੇ, ਹਨਾ, ਉਹਨਾਂ ਦੀ ਦਨਾਈ ਤੇ ਕੁਝ ਵੀ ਨਹੀਂ ਹੈ, ਖੁਦਾ ਦੇ ਅੱਗੇ ਤੋਂ ਉਹਨਾਂ ਦੀ ਦਨਾਈ ਕੋਈ ਸ਼ੈ ਹੀ ਨਹੀਂ, ਹਸੀਅਤ ਹੀ ਨਹੀਂ ਰੱਖਦੀ, ਲੇਕਿਨ ਅਸੀਂ ਬਣਨੇ ਦਨਾ ਬਹੁਤ ਹਾਂ। ਸੋ ਇਸ ਵਜ੍ਹਾ ਤੋਂ ਉਹਨਾਂ ਵਾਸਤੇ ਇਹ ਬੇਵਕੂਫੀ ਦੀ ਗੱਲ ਹੈ। ਬ੍ਰਦਰ ਜੀ ਅੱਗੇ ਲਿਖਿਆ, ਪਰ ਸਾਡੇ ਨਜਾਤ ਲੈਣ ਵਾਲਿਆਂ ਵਾਸਤੇ ਖੁਦਾ ਦੀ ਕੁਦਰਤ ਹੈ, ਠੀਕ ਹੈ, ਯਾਨੀ ਜਿਨ੍ਹਾਂ ਨੇ ਨਜਾਤ ਪਾ ਲਈ ਉਹਨਾਂ ਲਈ ਇਹ ਖੁਦਾ ਦੀ ਕੁਦਰਤ ਹੈ। ਹਾਂਜੀ ਬ੍ਰਦਰ ਜੀ ਤੁਸੀਂ ਜ਼ਰਾ ਥੋੜੀ ਜਿਹੀ ਰੋਸ਼ਨੀ ਪਾਓ ਕਿ ਇਹ ਕਿਸ ਤਰ੍ਹਾਂ ਨਜਾਤ ਪਾਉਣ ਵਾਲਿਆਂ ਵਾਸਤੇ ਖੁਦਾ ਦੀ ਕੁਦਰਤ ਹੈ। ਇਹ ਮੈਂ ਸਲੀਬ ਦੀ ਗੱਲ ਕਰ ਰਿਹਾ। ਹਾਂਜੀ ਹਾਂਜੀ, ਜਦੋਂ ਅਸੀਂ ਸਲੀਬ ਦੀ ਗੱਲ ਕਰਦੇ ਹਾਂ ਤੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਮਿਨਿਸਟਰੀ ਦੇ ਟਾਈਮ ਦੇ ਉੱਤੇ ਹੀ ਚੱਲਦੇ ਹਾਂ, ਜਦੋਂ ਪ੍ਰਭੂ ਯਿਸੂ ਮਸੀਹ ਨੂੰ ਕ੍ਰੂਸੀਫਾਈ ਕਰ ਰਹੇ ਸੀ। ਲੂਕਾ ਉਹਦੇ 23 ਬਾਬ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਜੀ, ਤੇ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਚੜਾਇਆ ਤੇ ਉਹਦੇ ਦਾएं ਤੇ ਬਾएं ਦੋ ਡਾਕੂ ਜਿਹੜੇ ਆ ਉਹ ਵੀ ਚੜਾਏ ਆ, ਤੇ ਇੱਕ ਡਾਕੂ ਜਿਹੜਾ ਹੈ ਉਹ ਮਿਹਣੇ ਮਾਰਦਾ ਹੈ ਤੇ ਦੂਜਾ ਡਾਕੂ ਜਿਹੜਾ ਹੈ ਉਹਨੂੰ ਇਹ ਗੱਲ ਕਰਦਾ ਹੈ ਕਿ ਹੇ ਪਿਤਾ, ਪ੍ਰਭੂ ਯਿਸੂ ਮਸੀਹ ਉੱਥੋਂ ਇੱਕ ਸ਼ਬਦ ਬੋਲਦੇ ਆ ਕਿ ਇਹ ਪਿਤਾ ਤੂੰ ਇਹਨਾਂ ਨੂੰ ਮਾਫ ਕਰ ਕਿਉਂਕਿ ਇਹ ਨਹੀਂ ਜਾਣਦੇ ਕੀ ਕਰਦੇ ਨੇ ਜੀ। ਤੇ ਜਦੋਂ ਉਹ ਡਾਕੂਆਂ ਦੀ ਗੱਲਬਾਤ ਹੁੰਦੀ ਹੈ ਤੇ ਉਹ ਡਾਕੂ ਇੱਕ ਕਹਿੰਦਾ ਕਿ ਪਰਮੇਸ਼ਵਰ ਜਦੋਂ ਤੇਰਾ ਰਾਜ ਆਏ ਤੇ ਮੈਨੂੰ ਵੀ ਯਾਦ ਕਰੀ। ਤੇ ਉੱਥੇ ਜਦੋਂ ਅਸੀਂ ਉਹ ਦੇਖਦੇ ਹਾਂ, ਉੱਥੇ ਇੱਕ ਮੈਸੇਜ ਜਿਹੜਾ ਹੈ ਪ੍ਰਭੂ ਯਿਸੂ ਮਸੀਹ ਫਾਰਗਿਵਨੈਸ ਦਾ ਮੈਸੇਜ ਜਿਹੜਾ ਹੈ ਉਹ ਦਿੰਦਾ। ਮੈਸੇਜ ਫਰੋਮ ਦ ਕ੍ਰਾਸ ਇਜ਼ ਅ ਫਾਰਗਿਵਨੈਸ। ਮੈਸੇਜ ਆਫ ਦ ਕ੍ਰਾਸ ਜਿਹੜਾ ਸਾਨੂੰ ਮਿਲਦਾ ਹੈ ਉਹ ਸਵਰਗ ਦੇ ਰਸਤੇ ਨੂੰ ਜਾਣ ਨੂੰ ਮਿਲਦਾ ਹੈ। ਇੱਕ ਮੁਕਤੀ ਦਾ ਰਸਤਾ ਜਿਹੜਾ ਹੈ ਉਹ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਕਲਵਰੀ ਕਰੂਸ ਦੇ ਉੱਤੇ ਚੜਾਏ ਜਾਣ ਦੇ ਨਾਲ ਜਿਹੜਾ ਹੈ ਇਨਸਾਨੀਅਤ ਨੂੰ ਜਿਹੜਾ ਹੈ ਇੱਕ ਅਸੈਸ ਜਿਹੜਾ ਹੈ ਉਹ ਮਿਲਿਆ।
ਜੇ ਅਸੀਂ ਪੁਰਾਣੇ ਏਧਨਾਮੇ ਦੇ ਵਿੱਚ ਜਾਂਦੇ ਹਾਂ, ਓਲਡ ਟੈਸਟਾਮੈਂਟ ਦੇ ਵਿੱਚ ਜਾਂਦੇ ਹਾਂ, ਕਿ ਜਦੋਂ ਵੀ ਇਨਸਾਨ ਕੋਈ ਪਾਪ ਕਰਦਾ ਸੀ, ਚਾਹੇ ਉਹ ਛੋਟਾ ਸੀ ਵੱਡਾ ਸੀ, ਉਹਦੇ ਬਦਲੇ ਉਹਨੂੰ ਜਿਹੜਾ ਸੀ ਕੀ ਦੇਣਾ ਪੈਂਦਾ ਸੀ, ਕੋਈ ਬਲੀਦਾਨ ਦੇਣਾ ਪੈਂਦਾ ਸੀ। ਚਾਹੇ ਉਹ ਇੱਕ ਛੋਟਾ ਪੰਛੀ ਹੋਏ, ਚਾਹੇ ਉਹ ਬੱਕਰਾ ਹੋਏ, ਚਾਹੇ ਉਹ ਬੈਲ ਹੋਏ, ਉਹਨੂੰ ਵਰੇ ਦੇ ਵਰੇ ਜਿਹੜਾ ਹੈ ਉਹ ਜਾਜਕ ਦੇ ਕੋਲ ਲੈ ਕੇ ਜਾਂਦੇ ਸੀ। ਤੇ ਜਿਹੜਾ ਮਹਾਜਾਜਕ ਹੈ ਉਹ ਸਾਲ ਦੇ ਵਿੱਚ ਇੱਕ ਵਾਰੀ ਸਾਰੇ ਲੋਕਾਂ ਦੇ ਪਾਪਾਂ ਦੇ ਵਾਸਤੇ ਜਦੋਂ ਜਾਂਦਾ ਸੀ ਹੈਕਲ ਦੇ ਵਿੱਚ, ਤੇ ਉਹ ਖੂਨ ਲੈ ਕੇ ਜਾਂਦਾ ਸੀ, ਤੇ ਉਹ ਖੂਨ ਜਿਹੜਾ ਸੀ ਉਹ ਸੈਫੀਸ਼ੀਐਂਟ ਨਹੀਂ ਸੀ। ਤੇ ਇਸੇ ਕਰਕੇ ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਵਰ ਨੇ ਇਸ ਜਗਤ ਦੇ ਵਿੱਚ ਭੇਜਿਆ। ਜਦੋਂ ਉਹ ਬਪਤਿਜ਼ਮ ਲੈਣ ਲਈ ਜਾ ਰਹੇ ਸੀ, ਤੇ ਯਹੂਨਾ ਬਪਤਿਸਮਾ ਕਹਿੰਦਾ ਹੈ ਕਿ ਦੇਖੋ ਪਰਮੇਸ਼ਵਰ ਦਾ ਮੇਮਣਾ ਜਿਹੜਾ ਹੈ ਉਹ ਸਾਰੇ ਜਗਤ ਦੇ ਕੀ ਆ ਪਾਪ ਉਠਾਏ ਲੈ ਜਾਂਦਾ, ਤੇ ਉਹ ਸਾਰੇ ਪਾਪ ਜਿਹੜੇ ਹੈ ਪ੍ਰਭੂ ਯਿਸੂ ਮਸੀਹ ਦੇ ਉੱਤੇ ਜਿਹੜਾ ਹੈ ਉਹ ਅਲੱਦ ਦਿੱਤੇ ਗਏ। ਸਹੀ। ਤੇ ਇਸੇ ਕਰਕੇ ਜਿਹੜਾ ਸ਼ਬਦ ਤੁਸੀਂ ਪਹਿਲਾਂ ਬੋਲੇ ਆ, ਜਿਹੜਾ ਤੁਸੀਂ ਦੱਸਿਆ ਹੈ ਕਿ ਉਹ ਬੰਦਾ ਸ਼ਰਾਪੀ ਹੈ ਜਿਹੜਾ ਰੁੱਖ ਦੇ ਉੱਤੇ ਟੰਗਿਆ ਜਾਂਦਾ ਹੈ। ਇਹ ਸਾਰਾ ਸ਼ਰਾਪ ਜਿਹੜਾ ਹੈ ਪ੍ਰਭੂ ਯਿਸੂ ਮਸੀਹ ਦੇ ਉੱਤੇ ਟੰਗਿਆ ਗਿਆ, ਤਾਂ ਜੋ ਕਿ ਉਸਨੇ ਸਾਡੇ ਸਭ ਦੇ ਵਾਸਤੇ ਉਹ ਸ਼ਰਾਪ ਨੂੰ, ਉਹਨਾਂ ਪਾਪਾਂ ਨੂੰ, ਉਹ ਸਭ ਕੁਝ ਉਹਨੇ ਆਪਣੇ ਉੱਤੇ ਲੈ ਲਿਆ, ਤਾਂ ਜੋ ਕਿ ਸਾਨੂੰ ਮੁਕਤੀ ਮਿਲ ਜਾਏ। ਬਿਲਕੁਲ। ਇਹ ਮੁਕਤੀ ਦਾ ਇੱਕ ਰਸਤਾ ਜਿਹੜਾ ਹੈ ਉਹ ਸਲੀਬ ਦੇ ਦੁਆਰਾ ਜਿਹੜਾ ਹੈ ਸਾਨੂੰ ਮਿਲਿਆ। ਇੱਕ ਫਰਗਿਵਨੈਸ ਦਾ ਜਿਹੜਾ ਮੈਸੇਜ ਜਿਹੜਾ ਹੈ ਉਹ ਸਾਨੂੰ ਸਲੀਬ ਦੇ ਦੁਆਰਾ ਜਿਹੜਾ ਹੈ ਉਹ ਮਿਲਿਆ, ਕਿ ਪ੍ਰਭੂ ਯਿਸੂ ਮਸੀਹ ਜਿਹੜਾ ਹੈ ਉਹਦੇ ਕੋਲ ਇਹ ਇੱਕ ਹਥਿਆਰ ਹੈ, ਕਿਸੇ ਇਨਸਾਨ ਕੋਲ ਹਥਿਆਰ ਨਹੀਂ ਹੈ। ਕੋਈ ਇਨਸਾਨ ਜਿਹੜਾ ਹੈ ਆਪਣੇ ਪੈਸੇ ਦੇ ਨਾਲ, ਆਪਣੀ ਬੁੱਧ ਦੇ ਨਾਲ, ਆਪਣੇ ਕਿਸੇ ਵੀ ਇਨਫਲੂਐਂਸ ਦੇ ਨਾਲ ਉਹ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਸਹੀ। ਇਹ ਕੋਈ ਜਾ ਸਕਦਾ ਹੈ ਤੇ ਉਹ ਪ੍ਰਭੂ ਯਿਸੂ ਮਸੀਹ ਦੀ ਮਾਫੀ ਦੇ ਕਾਰਨ ਹੈ। ਤੇ ਉੱਥੇ ਹੀ ਪ੍ਰਭੂ ਯਿਸੂ ਮਸੀਹ ਨੇ ਉਸ ਡਾਕੂ ਨੂੰ ਕਿਹਾ ਕਿ ਤੇਰੇ ਪਾਪ ਮਾਫ ਕਰ ਦਿੱਤੇ ਗਏ ਨੇ, ਤੂੰ ਅੱਜ ਹੀ ਮੇਰੇ ਨਾਲ ਕਿੱਥੇ ਹੋਏਗਾ, ਫਿਰਦੌਸ ਦੇ ਵਿੱਚ ਹੋਵੇਗਾ। ਇਹ ਹੈ ਇੱਕ ਵੰਡਰਫੁਲ ਮੈਸੇਜ ਜਿਹੜਾ ਹੈ ਕ੍ਰਾਸ ਤੋਂ ਜਿਹੜਾ ਹੈ ਉਹ ਸਾਨੂੰ ਮਿਲਦਾ ਹੈ। ਇੱਕ ਵੰਡਰਫੁਲ ਸਾਡੇ ਸਾਰਿਆਂ ਦੇ ਵਾਸਤੇ ਜਿਹੜੀ ਸਾਡੀ ਬੁੱਧ ਤੋਂ ਪਰੇ ਹੈ, ਸਾਡੀ ਸਮਝ ਤੋਂ ਪਰੇ ਹੈ, ਉਹ ਮੈਸੇਜ ਜਿਹੜਾ ਹੈ ਸਾਨੂੰ ਇਸ ਸਲੀਬ ਦੀ ਇਸ ਕਥਾ ਤੋਂ ਜਿਹੜਾ ਹੈ ਉਹ ਸਾਨੂੰ ਮਿਲਦਾ ਹੈ। ਉਹ ਪਹਿਲਾਂ ਗੱਲ ਕਰ ਰਿਹਾ ਸੀ, ਉਹ ਸਾਡਾ ਕਨੈਕਸ਼ਨ ਜਿਹੜਾ ਹੈ ਉਹ ਕੱਟਿਆ ਗਿਆ ਜੀ ਪਲੂਸ ਦੇ ਬਾਰੇ, ਕਿ ਪਲੂਸ ਕਿਸ ਤਰ੍ਹਾਂ ਦੇ ਨਾਲ ਉਹ ਜਿਹੜਾ ਹੈ ਮਸੀਹਤ ਦੇ ਵਿੱਚ ਆਇਆ, ਉਸਨੇ ਕਿਸ ਤਰ੍ਹਾਂ ਦੇ ਨਾਲ ਮਸੀਹ ਨੂੰ ਪਾਇਆ। ਜਦੋਂ ਉਹ ਦਮਿਸ਼ਕ ਨੂੰ ਜਾ ਰਿਹਾ ਸੀ ਤੇ ਉਹ ਲਾਈਟ ਉਹਦੇ ਉੱਤੇ ਪਈ, ਉਹ ਰੋਸ਼ਨੀ ਪਈ ਉਹਦੇ ਉੱਤੇ, ਉਹਦੀਆਂ ਅੱਖਾਂ ਜਿਹੜੀਆਂ ਨੇ ਉਹ ਚਾਹੇ ਜਿਹੜੀਆਂ ਦੇਖਣ ਵਾਲੀਆਂ ਅੱਖਾਂ ਸੀ ਉਹ ਤੇ ਉਸ ਵੇਲੇ ਟੈਂਪਰੇਰੀਲੀ ਬੇਸ ਦੇ ਉੱਤੇ ਉਹ ਬੰਦ ਹੋ ਗਈਆਂ, ਪਰ ਜਦੋਂ ਫਿਰ ਜਿਹੜਾ ਇਨਸਾਨ ਨਹੀਂ ਸੋਚ ਸਕਦਾ ਕਿ ਇਹ ਕਿਸ ਤਰ੍ਹਾਂ ਦੇ ਨਾਲ ਉਹਦੀ ਆਈਜ਼ ਨੂੰ ਜਿਹੜਾ ਹੈ ਰਿਸਟੋਰ ਹੋ ਜਾਏ, ਤੇ ਜਦੋਂ ਉਸ ਪਰਮੇਸ਼ਰ ਦੇ ਦਾਸ ਹਨਾਨੀਆਂ ਨੇ ਉਹਦੇ ਉੱਤੇ ਹੱਥ ਰੱਖਿਆ, ਉਹਦੀਆਂ ਅੱਖਾਂ ਖੁੱਲ ਗਈਆਂ। ਉਹਦੀਆਂ ਅੱਖਾਂ ਸਿਰਫ ਇੱਕ ਸਪਿਰਚੁਅਲ ਅੱਖਾਂ ਵੀ ਪਰਮੇਸ਼ਰ ਨੇ ਖੋਲ ਦਿੱਤੀਆਂ, ਤੇ ਉਹਦੀਆਂ ਜਿਹੜੀਆਂ ਦੁਨਿਆਵੀ ਅੱਖਾਂ ਸੀ ਉਹ ਵੀ ਪਰਮੇਸ਼ਰ ਨੇ ਖੋਲ ਦਿੱਤੀਆਂ, ਕਿਉਂਕਿ ਪਰਮੇਸ਼ਰ ਉਹਨੂੰ ਇਹ ਜਿਹੜੀ ਕਥਾ ਜਿਹੜੀ ਹੈ, ਇਹ ਕ੍ਰਾਸ ਦੀ ਜਿਹੜੀ ਸਟੋਰੀ ਜਿਹੜੀ ਉਹਨੂੰ ਉਹ ਪਰਮੇਸ਼ਰ ਨੇ ਦਿੱਤੀ ਹੈ, ਉਹ ਜਿਹੜਾ ਹੈ ਇਹ ਵਰਣਨ ਕਰ ਰਿਹਾ ਹੈ। ਤਦੇ ਹੀ ਕਿ ਬੁੱਧਵਾਨ ਇਹਨੂੰ ਨਹੀਂ ਸਮਝ ਸਕਦੇ, ਜਿਹੜੇ ਡਿਬੇਟਰ ਹੈ ਉਹ ਇਹਨੂੰ ਨਹੀਂ ਸਮਝ ਸਕਦੇ, ਇਹਦੇ ਪਿੱਛੇ ਮਿਸਟਰੀ ਕੀ ਹੈ। ਪਰ ਜਦੋਂ ਪਰਮੇਸ਼ਰ ਉਹ ਆਤਮਿਕ ਅੱਖਾਂ ਨੂੰ ਖੋਲਦਾ ਹੈ, ਜਦੋਂ ਉਹਦਾ ਅਨੁਗ੍ਰਹਿ ਸਾਡੇ ਉੱਤੇ ਆਉਂਦਾ ਹੈ, ਉਹਦੀ ਦਇਆ ਸਾਡੇ ਉੱਤੇ ਆਉਂਦੀ ਹੈ, ਤੇ ਫਿਰ ਅਸੀਂ ਇਹ ਕਲਵਰੀ ਕਰੂਸ ਦੇ ਦੁਆਰਾ ਫਰਗਿਵਨੈਸ ਨੂੰ ਪਾ ਕੇ ਉਹ ਸਵਰਗੀ ਰਾਜ ਦੇ ਵਿੱਚ ਜਿਹੜਾ ਹੈ ਉਹ ਸ਼ਾਮਲ ਹੋ ਸਕਦੇ ਹਾਂ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਹਾਂਜੀ, ਬੜੀ ਸੋਹਣੀ ਗੱਲਬਾਤ ਹੋ ਰਹੀ ਹੈ, ਔਰ ਮੇਰੇ ਉਮੀਦ ਹੈ ਕਿ ਇਹ ਗੱਲਬਾਤ ਇਸ ਤਰ੍ਹਾਂ ਹੀ ਚੱਲਦੀ ਰਹੇਗੀ। ਲੇਕਿਨ ਇਸ ਵਕਤ ਬ੍ਰੇਕ ਦਾ ਟਾਈਮ ਹੋਇਆ, ਸੋ ਆਈਏ ਅਸੀਂ ਬ੍ਰੇਕ ਛੋਟੀ ਜਿਹੀ ਲੈਂਦੇ ਹਾਂ, ਉਹਦੇ ਬਾਅਦ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਹਾਂ। ਬਹੁਤ ਸ਼ੁਕਰੀਆ।
ਹਾਂਜੀ, ਬ੍ਰੇਕ ਦੇ ਬਾਅਦ ਫਿਰ ਇੱਕ ਵਾਰੀ ਵੈਲਕਮ। ਔਰ ਗੱਲਬਾਤ ਸਾਡੀ ਜਾਰੀ ਸੀ ਸਲੀਪ ਦੇ ਪੈਗਾਮ ਦੇ ਬਾਰੇ 'ਚ, ਕਿ ਸਲੀਪ ਦਾ ਪੈਗਾਮ ਹੈ ਕੀ ਹੈ, ਤੇ ਦੂਜੀ ਗੱਲ ਕਿ ਇਹ ਕਿਸ ਤਰ੍ਹਾਂ ਇਹ ਮੂਰਖਤਾ ਹੈ ਤੇ ਕਿਸ ਤਰ੍ਹਾਂ ਇਹ ਕੁਦਰਤ ਦੀ ਗੱਲ ਵੀ ਹੈ। ਮੈਂ ਡਾਕਟਰ ਸਾਹਿਬ ਫਿਰ ਇੱਕ ਵਾਰੀ ਆਵਾਂਗਾ। ਮੈਂ ਪੁੱਛਿਆ ਸੀ ਕਿ ਜਦੋਂ ਯਹੂਦੀ ਲੋਕ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਯਾਨੀ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਇੱਕ ਸ਼ਖਸ ਜਿਹੜਾ ਲੱਕੜੀ ਤੇ ਲਟਕਾਇਆ ਗਿਆ ਉਹ ਕਿਹਨੂੰ ਕਹਿੰਦੇ ਨੇ ਕਿ ਯਾਨੀ ਉਹਦੀ ਮੌਤ ਜਿਹੜੀ ਉਹ ਲਾਨਤੀ ਨਹੀਂ ਹੈ। ਠੀਕ ਹੈ, ਪਹਿਲੀ ਗੱਲ। ਦੂਸਰੀ ਗੱਲ ਕਿ ਯਹੂਦੀ ਅੱਗੇ ਲਿਖਿਆ ਨਾ, ਅੱਗੇ ਜਦੋਂ ਅਸੀਂ ਜਾਈਏ ਤੇ ਲਿਖਿਆ 22ਵੀਂ ਆਇਤ 'ਚ ਲਿਖਿਆ ਵੀ ਜਿਵੇਂ ਯਹੂਦੀ ਨਿਸ਼ਾਨ ਮੰਗਦੇ ਨੇ। ਠੀਕ, ਸੋ ਮੇਰਾ ਖਿਆਲ ਹੈ ਕਿ ਯਹੂਦੀ ਇਹ ਨਿਸ਼ਾਨ ਮੰਗਦੇ ਹੋਣਗੇ ਕਿ ਅਗਰ ਉਹਨੂੰ ਸਲੀਬ ਤੇ ਚੜਾਇਆ ਗਿਆ ਸੀ, ਅਗਰ ਉਹ ਐਡੀ ਕੁਦਰਤ ਵਾਲਾ ਸੀ ਤਾਂ ਥੱਲੇ ਉਤਰ ਹੁੰਦਾ। ਸੋ ਇਸ ਲਈ ਉਹ ਸਮਝਦੇ ਨੇ ਕਿ ਇਹ ਜਿਹੜੀ ਸਲੀਬ ਦੀ ਸਟੋਰੀ ਹੈ ਜਾਂ ਜਿਹੜੀ ਕਹਾਣੀ ਹੈ, ਇਹ ਇਸ ਲਈ ਇਹ ਤੇ ਬੇਵਕੂਫੀ ਦੀ ਗੱਲ ਹੈ ਕਿ ਪਹਿਲੀ ਗੱਲ ਤੇ ਜਿਹੜਾ ਸਲੀਬ ਤੇ ਚੜਾਇਆ ਗਿਆ ਉਹ ਕਿਹਨੂੰ ਕਹਿੰਦੇ ਨੇ ਲਾਂਤੀ ਹੈ, ਮੌਤ। ਔਰ ਦੂਸਰੀ ਗੱਲ ਕਿ ਉਹਨੂੰ ਚਾਹੀਦਾ ਸੀ ਕਿ ਅਗਰ ਉਹ ਸਲੀਬ ਤੇ ਚੜਿਆ ਤਾਂ ਉਹ ਥੱਲੇ ਉਤਰ ਆਉਂਦਾ। ਠੀਕ ਹੈ, ਹੁਣ ਅੱਗੇ ਅਸੀਂ ਯੂਨਾਨੀਆਂ ਦੀ ਗੱਲ ਕਰਨੇ ਆ ਕਿ ਯੂਨਾਨੀ ਜਿਹੜੇ ਨੇ ਉਹ ਹਿਕਮਤ ਲੱਭਦੇ ਨੇ। ਤੇ ਹਿਕਮਤ ਦੀ ਗੱਲ ਕੀ ਹੈ, ਮੈਂ ਪੜ੍ਹ ਰਿਹਾ ਸੀ ਇਹਦੇ ਬਾਰੇ 'ਚ ਕਿ ਉਹ ਕਹਿੰਦੇ ਨੇ ਕਿ ਹਿਕਮਤ ਇਹ ਵੇ ਕਿ ਯਾਨੀ ਜੇ ਤੇ ਉਹ ਕਿਹਨੂੰ ਕਹਿੰਦੇ ਨੇ ਕੋਈ ਕੁਦਰਤ ਵਾਲੀ ਹੈ ਸੀ, ਠੀਕ ਹੈ, ਤੇ ਉਹਨੂੰ ਉੱਤਰ ਹੋਣਾ ਚਾਹੀਦਾ ਸੀ, ਪਹਿਲੀ ਗੱਲ। ਦੂਸਰੀ ਗੱਲ ਕਿ ਅਗਰ ਉਹ ਕਿਹਨੂੰ ਕਹਿੰਦੇ ਨੇ ਕਿ ਯਾਨੀ ਉਹਨਾਂ ਦਾ ਈਮਾਨ ਜਾਂ ਉਹ ਇਸ ਗੱਲ ਤੇ ਯਕੀਨ ਰੱਖਦੇ ਨੇ ਜਿਹੜੇ ਯੂਨਾਨੀ ਨੇ ਕਿ ਖੁਦਾ ਜਿਹੜਾ ਉਹ ਖੁਦਾ ਨਹੀਂ ਹੈ ਅਗਰ ਉਹ ਆਪਣਾ ਇਰਾਦਾ ਬਦਲ ਲੈਂਦਾ। ਠੀਕ ਹੈ, ਠੀਕ ਹੈ, ਯਾਨੀ ਅਗਰ ਖੁਦਾ ਜਿਹੜਾ ਉਹ ਕਿਹਨੂੰ ਕਹਿੰਦੇ ਨੇ ਪਸ਼ੇਮਾਨ ਹੁੰਦਾ ਕਿਸੇ ਗੱਲ ਤੇ, ਖੁਦਾ ਜਿਹੜਾ ਆਪਣਾ ਇਰਾਦਾ ਬਦਲ ਲੈਂਦਾ, ਉਹ ਕਿਸੇ ਨੂੰ ਮਾਰਨਾ ਚਾਹੁੰਦਾ ਨਹੀਂ ਮਾਰਦਾ। ਠੀਕ ਹੈ, ਉਹ ਕਿਹਨੂੰ ਕਹਿੰਦੇ ਨੇ ਕਿਸੇ ਦੀ ਗੱਲ ਤੇ ਉਹ ਦੀ ਵਜ੍ਹਾ ਤੋਂ ਆਪਣਾ ਜ਼ਹਿਨ ਬਦਲ ਲੈਂਦਾ, ਇਹਦਾ ਮਤਲਬ ਇਹ ਖੁਦਾ ਨਹੀਂ ਹੈ, ਕਿਉਂਕਿ ਕੋਈ ਦੂਸਰੀ ਚੀਜ਼ ਜਿਹੜੀ ਹੈ ਉਹ ਉਹਨੂੰ ਇਫੈਕਟ ਕਰ ਰਹੀ ਹੈ। ਸੋ ਇਸ ਵਾਸਤੇ ਕਿਹਨੂੰ ਕਹਿੰਦੇ ਨੇ ਕਿ ਜਦੋਂ ਅਸੀਂ ਇਸ ਗੱਲ ਵੱਲ ਜਾਂਦੇ ਹਾਂ ਤੇ ਉਹ ਵੀ ਸਮਝਦੇ ਨੇ ਕਿ ਜਿਹੜੀ ਗੱਲ ਇਹ ਕਰਨ ਦੇ ਨੇ ਇਹ ਵੀ ਮੂਰਖਤਾ ਹੈ, ਇਹ ਕਿਹਨੂੰ ਕਹਿੰਦੇ ਨੇ ਕਿ ਯਾਨੀ ਬੇਵਕੂਫੀ ਦੀ ਗੱਲ ਹੈ, ਇਹ ਕੋਈ ਦਰੁਸਤ ਗੱਲ ਨਹੀਂ ਹੈ। ਸੋ ਅੱਗੇ ਚਲੀਏ ਡਾਕਟਰ ਸਾਹਿਬ ਥੋੜਾ ਜਿਹਾ, ਤੇ ਲਿਖਿਆ ਕਿ ਮੈਂ ਸਿਆਣਿਆਂ ਦੀ ਦਿਨਾਈ ਨੂੰ ਨਾਸਕ ਤੇ ਅਕਲ ਵਾਲਿਆਂ ਦੀ ਅਕਲ ਨੂੰ ਰੱਦ ਕਰ ਦਿਆਂਗਾ। ਸੋ ਸਲੀਬ ਦੇ ਪੈਗਾਮ 'ਚ ਇਹ ਗੱਲ ਅਸੀਂ ਕਿਸ ਤਰ੍ਹਾਂ ਵੇਖਦੇ ਹਾਂ ਕਿ ਉਹ ਜਿਹੜੇ ਸਿਆਣਿਆਂ ਦੀਆਂ ਗੱਲਾਂ ਨੇ ਤੇ ਜਿਹੜੇ ਅਕਲਮੰਦ ਨੇ ਉਹਨਾਂ ਦੀਆਂ ਗੱਲਾਂ ਨੂੰ ਰੱਦ ਕਰ ਦਿੰਦਾ। ਜੀ ਥੋੜਾ ਜਿਹਾ ਇਹਦੇ 'ਚ ਤੁਸੀਂ ਜ਼ਿਕਰ ਕਰੋ। ਮੈਂ ਐਕਚੁਅਲੀ ਪੌਲ ਤੇ ਜਾਵਾਂਗੇ ਕਿਉਂਕਿ ਪੌਲ ਨੇ ਲੈਟਰ ਲਿਖੀ ਕੋਰੀਅਨਸ ਨੂੰ। ਪੌਲ ਦੀ ਜ਼ਿੰਦਗੀ ਨੂੰ ਥੋੜਾ ਜਿਹਾ ਹੋਰ ਦੇਖेंगे ਉਹ ਕਿੱਥੇ ਬੈਠਾ ਹੈ, ਉਹ ਕਿੱਦਾਂ ਉਹ ਗੱਲ ਕਰ ਰਿਹਾ ਜੀ। ਪੌਲ ਇੱਕ ਬਹੁਤ ਵਿਦਵਾਨ ਜੂ ਸੀਗਾ। ਹਾਂਜੀ, ਠੀਕ ਹੈ, ਪੜ੍ਹਿਆ ਲਿਖਿਆ ਜੂ ਸੀਗਾ। ਟੋਰਾ ਉਹਨੂੰ ਚੰਗੀ ਤਰ੍ਹਾਂ ਆਉਂਦਾ ਸੀਗਾ। ਠੀਕ ਹੈ, ਉਹ ਅੱਛੀ ਤਰ੍ਹਾਂ ਜਾਣਦਾ ਸੀ ਔਰ ਉਹਦਾ ਵਿਸ਼ਵਾਸ ਸੀਗਾ ਕਿ ਇਹ ਜਿਹੜਾ ਜੀਸਸ ਹੈ, ਕ੍ਰਾਈਸਟ ਹੈ, ਜੀਸਸ ਕ੍ਰਾਈਸਟ, ਇਹ ਇੱਕ ਕੀ ਕਹਿੰਦੇ ਉਹਨੂੰ ਅੰਗਰੇਜ਼ੀ 'ਚ ਤੇ ਇਹ ਹੈ ਕਿ ਬਈ ਉਹ ਹੀ ਇਜ਼ ਨॉट ਅ ਸਨ ਆਫ ਗॉड ਨਹੀਂ ਹੈ ਔਰ ਨਾ ਹੀ ਉਹ ਕੋਈ ਉਹ ਮੈਸੇਂਜਰ ਹੈ, ਰਾਈਟ। ਉਹ ਬੰਦਾ ਜਿਹੜਾ ਹੈ ਉਹ ਕਹਿੰਦਾ ਇਹ ਫਰਾਡ ਹੈ। ਇਸ ਕਰਕੇ ਇਹ ਐਸਾ ਉਹਨਾਂ ਦੇ ਅੰਦਰ ਜਨੂਨ ਸੀਗਾ, ਬਿਕੋਜ਼ ਹੀ ਬੜਾ ਸਟਰੋਂਗਲੀ ਬਿਲੀਵ ਕਰਦਾ ਸੀ ਇਸ ਗੱਲ 'ਚ। ਤੁਸੀਂ ਪਹਿਲਾਂ ਵੀ ਦੱਸਿਆ ਹੋਇਆ ਕਿ ਉਹ ਸਿਰਫ ਇਸ ਗੱਲ 'ਚ ਨਹੀਂ ਬਿਲੀਵ ਕਰਦਾ, ਹੀ ਹਿਮਸੈਲਫ ਵਾਜ਼ ਆਲਸੋ ਅ ਕਾਈਂਡ ਆਫ ਅ ਕਮਾਂਡਰ ਵੀ ਸੀਗਾ ਉਹ, ਰਾਈਟ। ਤੇ ਉਹ ਇੱਕ ਪੜ੍ਹਿਆ ਲਿਖਾ ਇਨਸਾਨ ਜਿਹੜਾ ਕਿ ਇੰਟੈਲੈਕਚੁਅਲ ਵਿਜ਼ਡਮ ਜਿਹਨੂੰ ਕਹੀਏ, ਹੀ ਵਾਜ਼ ਅ ਵਾਈਜ਼ ਮੈਨ ਐਂਡ ਔਨ ਟੌਪ ਆਫ ਇਟ ਹੀ ਵਾਜ਼ ਅ ਵੈਰੀ ਸਟਰੋਂਗ ਮੈਨ, ਫਿਜ਼ੀਕਲੀ ਵੀ ਔਰ ਪੋਜੀਸ਼ਨਲ ਵੀ ਸਟਰੋਂਗ ਸੀਗਾ ਉਹ, ਰਾਈਟ। ਇੱਕ ਉਹਦਾ ਸੀਗਾ ਉਹਦਾ ਆਰਮੀ ਦੇ ਵਿੱਚ, ਯਾਨੀ ਕਿ ਜਿਹੜੀ ਆਪਣੀ ਜੂਸ ਦੀ ਜਿਹੜੀ ਆਪਣੀ ਉਹ ਸੀਗੀ ਕੀ ਕਹਿੰਦੇ ਆ, ਨॉट ਰੋਮਨਸ ਅੰਪਾਇਰ ਦੇ ਵਿੱਚ ਨਹੀਂ, ਉਹ ਜੂਸ ਦੀ ਜਿਹੜੀ ਇੱਕ ਫੌਜ ਸੀਗੀ, ਫੌਜ ਨਹੀਂ ਕਹਿੰਦੇ ਇਸਕਾ,
ਇੱਕ ਤਰ੍ਹਾਂ ਦੀ ਉਹ ਇੱਕ ਰਿਲੀਜੀਅਸ, ਪਾਰਟੀ ਉਹਨਾਂ ਦੀ ਆਪਣੀ। ਹਾਂਜੀ ਰਿਲੀਜੀਅਸ ਕੀ ਕਵਾਂਗੇ ਕਿ ਰਿਲੀਜੀਅਸ ਇੰਟੈਲੈਕਚੁਅਲ ਪਲੱਸ ਰਿਲੀਜੀਅਸ ਇੱਕ ਤਰ੍ਹਾਂ ਦੀ ਉਹ ਕੀ ਕਵਾਂਗੇ ਉਹਨੂੰ ਗਰੁੱਪ। ਆਰਗੇਨਾਈਜੇਸ਼ਨ ਵਿੱਚ, ਉਹਦੇ ਵਿੱਚ ਉਹਦਾ ਇੱਕ ਅਹੁਦਾ ਸੀਗਾ, ਰਾਈਟ, ਰਿਲੀਜੀਅਸ ਆਰਗੇਨਾਈਜੇਸ਼ਨ ਦੇ ਵਿੱਚ। ਤੇ ਉਹ ਬੜਾ ਹੀ ਸਟਰੋਂਗਲੀ ਦੋਵੇਂ ਗੱਲ ਮੰਨਦਾ ਸੀਗਾ। ਉਹ ਹੀ ਵਾਜ਼ ਅ ਵਾਈਸ ਐਂਡ ਹੀ ਨਿਊ ਇੰਟੈਲੀਜੈਂਟ ਬੰਦਾ ਸੀ। ਜੀ ਹੁਣ ਉਹਦੇ ਨਾਲ ਇਹ ਹੋਇਆ ਕਿ ਉਹਦੀ ਸਾਰੀ ਇੰਟੈਲੀਜੈਂਸ, ਉਹਦੀ ਸਾਰੀ ਇੰਟੈਲੈਕਟ ਜਿਹੜੀ ਸੀਗੀ, ਉਹਦੀ ਸਾਰੀ ਵਿਜ਼ਡਮ ਜਿਹੜੀ ਸੀਗੀ, ਉਹ ਖਤਮ ਕਰ ਦਿੱਤੀ ਜਦੋਂ ਜੀਸਸ ਨੇ ਉਹਨੂੰ ਆਪਣੇ ਦਰਸ਼ਨ ਦਿੱਤੇ। ਸੋ ਉਹਦੀ ਆਪਣੀ ਕਨਵਰਸ਼ਨ ਇੰਨੀ ਸਟਰੋਂਗ ਹੈ ਕਿ ਇਸ ਕਰਕੇ ਉਹ ਕਹਿੰਦਾ ਹੈ ਕਿ ਖੁਦ ਜੀਸਸ ਫॉर ਇਟ ਇਜ਼ ਰਿਟਨ, ਕਿਉਂਕਿ ਇਹ ਪਹਿਲਾਂ ਲਿਖਿਆ ਗਿਆ, ਉਹਨੇ ਓਲਡ ਟੈਸਟਮੈਂਟ ਤੋਂ ਸਾਨੂੰ ਦੱਸ ਰਿਹਾ, ਆਈ ਵਿਲ ਡਿਸਟਰੋਏ ਦਾ wisdom of the wise and intelligence of the intelligent, I will frustrate। ਯਾਨੀ ਕਿ ਖੁਦਾ ਆਪਣੇ ਆਪ ਨੂੰ ਜਦੋਂ ਉਹ ਕਰਦਾ ਹੈ, ਕੀ ਕਹਿੰਦੇ ਆ, ਆਪਣਾ ਕੰਮ ਜਦੋਂ ਕਰਨਾ ਹੁੰਦਾ ਉਹਨੇ, ਤੇ ਉਹ ਹੀ doesn't have to take the wise people, ਠੀਕ ਹੈ। ਬੜੀ ਐਗਜ਼ਾਮਪਲ, ਹਾਂ, ਉਹ ਕਮਜ਼ੋਰ ਤੇ ਅਨਇੰਟੈਲੀਜੈਂਟ ਲੋਕੀ, ਅਨਵਾਈਜ਼ ਲੋਕੀ ਨੂੰ ਚੁਣਦਾ ਹੈ ਤੇ ਉਹਨਾਂ ਨੂੰ ਫਿਰ ਉਹ ਯੂਜ਼ ਕਰਦਾ ਹੈ, ਠੀਕ ਹੈ। ਐਗਜ਼ਾਮਪਲ ਸਾਡੇ ਕੋਲ ਬੜੀਆਂ ਨੇ, ਰਾਈਟ। ਡੇਵਿਡ ਗੋਲੀਅਥ ਦੀ ਐਗਜ਼ਾਮਪਲ ਵੀ ਹੈਗੀ ਹੈ, ਰਾਈਟ। ਅੱਗੇ ਜਾ ਕੇ ਉਦੋਂ ਬਹੁਤ ਫਿਜ਼ੀਕਲੀ ਉਹ ਛੋਟਾ ਸੀਗਾ, ਲੇਕਿਨ ਇੰਟੈਲੈਕਚੁਅਲੀ ਤੁਸੀਂ ਗੱਲ ਕਰੋ ਤੇ ਆਪਾਂ ਆਪਣਾ ਮੋਜ਼ਿਸ ਦੀ ਵੀ ਐਗਜ਼ਾਮਪਲ ਲੈ ਸਕਦੇ ਹਾਂ, ਆਪਾਂ ਸੈਮੂਅਲ ਦੀ ਐਗਜ਼ਾਮਪਲ ਵੀ ਲੈ ਸਕਦੇ ਹਾਂ, ਰਾਈਟ। ਸੋ ਜੀਸਸ, God was already using people। ਤੇ ਉਹ ਇਸ ਕਰਕੇ ਜਦੋਂ ਗੱਲ ਕਹਿੰਦਾ ਹੈ, ਉਹਨੇ ਓਲਡ ਟੈਸਟਮੈਂਟ ਤੋਂ ਇਹਨੇ ਗੱਲ ਲਈ ਹੈ ਕਿ ਉਹ ਕਹਿੰਦਾ ਹੈ ਕਿ ਜਦੋਂ ਰੱਬ ਨੇ ਇਸਤੇਮਾਲ ਕਰਨਾ ਹੈ ਕਿਸੇ ਨੂੰ, ਤੇ ਉਹ ਸਾਰੇ ਡਿਸਟਰੋਏ, ਦੇਖੋ ਵਰਡ ਕਿੰਨੇ ਸਟਰੋਂਗ ਹੈ, ਡਿਸਟਰੋਏ ਦਾ ਵਿਜ਼ਡਮ ਆਫ ਦਾ ਵਾਈਸ, ਸਹੀ, ਐਂਡ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਇੰਟੈਲੀਜੈਂਟ ਸਮਝਦੇ, ਇੰਟੈਲੈਕਟ ਜਿਹੜੀ ਹੈ ਉਹਨੂੰ ਫਰਸਟ੍ਰੇਟ ਕਰ ਦੇਗਾ। ਯਾਨੀ ਕਿ ਉਹ ਇਸ ਗੱਲ ਨੂੰ ਸੋਚਣ 'ਚ ਮਜਬੂਰ ਹੋ ਜਾਣਗੇ ਕਿ ਇਹ ਏਦਾਂ ਕਿੱਦਾਂ ਹੋ ਸਕਦਾ। ਸਾਇੰਟੀਫਿਕਲੀ ਬਹੁਤ ਜਿਹੜੇ ਸਾਇੰਸਦਾਨ ਜਿਹੜੇ ਉੱਪਰ ਸਾਡੇ ਤਾਰਾਂ ਨੂੰ ਸਟੱਡੀ ਕਰਦੇ ਨੇ, ਗੈਲੈਕਸੀਜ਼ ਨੂੰ ਸਟੱਡੀ ਕਰਦੇ ਨੇ, ਦੇ themselves are amazed to look at all this। ਤੇ ਉਹ ਜਿਹੜੀ ਬਿਗ ਬੈਂਗ ਥਿਊਰੀ ਹੈ, ਉਹਦੇ ਤੇ ਕਈ ਸਵਾਲ ਉਹਨਾਂ ਨੂੰ ਫਿਰ ਉਠਾਣੇ ਪੈਂਦੇ ਆ, ਔਰ ਕੌਨਸ਼ੀਅਸਲੀ ਉਹਨਾਂ ਨੂੰ ਇਸ ਗੱਲ ਨੂੰ ਮਾਰਨਾ ਪੈਂਦਾ, ਕਿਉਂਕਿ ਕੌਨਸ਼ੀਅਸਲੀ ਉਹਨਾਂ ਨੂੰ ਇਹ ਗੱਲ ਫਰਸਟ੍ਰੇਟ ਕਰਦੀ ਹੈ ਕਿ ਇਹ ਇੰਨੀ ਜ਼ਬਰਦਸਤ ਕਾਨਿਆਤ ਜਿਹੜੀ ਯੂਨੀਵਰਸ ਬਣਿਆ ਹੋਇਆ ਹੈ, ਇਹ ਕਿੱਦਾਂ ਹੈ। ਸਹੀ, it's amazing the how the things are, right। ਤੇ ਇਹ, ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ ਡਾਕਟਰ। ਮੈਂ ਅਸਲ 'ਚ ਪੜ੍ਹ ਰਿਹਾ ਸਾਂ ਗ੍ਰੀਕਸ ਦੇ ਬਾਰੇ 'ਚ, ਕਿ ਗ੍ਰੀਕ ਜਿਹੜੇ ਨੇ ਉਹ ਜਦੋਂ ਕਿਸੇ ਨੂੰ ਕਹਿੰਦੇ ਨੇ ਕਿ ਇਹ ਬੰਦਾ ਬੜਾ ਹਿਕਮਤ ਵਾਲਾ ਹੈ ਜਾਂ ਸਿਆਣਾ ਹੈ, ਤੇ ਉਹ ਸਮਝਦੇ ਇਹ ਨੇ ਕਿ ਇਹ ਜਿਹੜਾ ਸਿਆਣਾ ਬੰਦਾ ਹੈ, ਅਸਲ 'ਚ ਇਹ ਸਿਆਣਾ ਇਸ ਲਈ ਹੈ ਕਿਉਂਕਿ ਇਹਦੀ ਜ਼ੁਬਾਨ ਜਿਹੜੀ ਉਹ ਬੜੀ ਕੰਮ ਕਰਦੀ ਹੈ। ਇਹ ਆਪਣੀ ਜ਼ੁਬਾਨ ਨੂੰ ਇਸ ਤਰ੍ਹਾਂ ਇਸਤੇਮਾਲ ਕਰਦਾ, ਚਿਕਨੀ ਚਿਪੜੀ ਗੱਲਾਂ ਕਰਦਾ ਕਿ ਦੂਜੇ ਨੂੰ ਇੰਪ੍ਰੈਸ ਕਰ ਦਿੰਦਾ, ਕਿ ਯਾਨੀ ਉਹ ਜਿਹੜਾ ਸਿਆਣਾ ਬੰਦਾ ਅਸਲ 'ਚ ਉਹਨੂੰ ਬਹੁਤ ਸਾਰੀ ਆਪਣੀ ਜ਼ੁਬਾਨ ਇਸਤੇਮਾਲ ਕਰਨੀ ਪੈਂਦੀ ਹੈ ਦੂਜਿਆਂ ਨੂੰ ਇੰਪ੍ਰੈਸ ਕਰਨ ਵਾਸਤੇ, ਠੀਕ ਹੈ। ਔਰ ਮੈਂ ਇੱਥੇ ਵੇਖਣ ਡਿਆ ਸਾਂ ਕਿ ਉਹਨੇ ਅਕਲ ਵਾਲਿਆਂ ਦੀ ਅਕਲ ਨੂੰ ਕੀ ਕਰ ਦਿੱਤਾ, ਰੱਦ ਕਰਤਾ, ਠੀਕ ਹੈ। ਜਿਹੜੀ ਸਮਝਦੇ ਨੇ ਉਹ ਅਕਲ ਹੈ, ਅਸਲ 'ਚ ਉਹ ਅਕਲ ਵਾਲੀ ਗੱਲ ਨਹੀਂ ਹੈ। ਉਹ ਹੁਣ ਤੁਸੀਂ ਕਹੋ ਕਿ ਇਹ ਬੰਦਾ ਬੜਾ ਸਿਆਣਾ ਕਿਉਂਕਿ ਇਹਦੀ ਜ਼ੁਬਾਨ ਬੜੀ ਚੱਲਦੀ ਹੈ ਤੇ ਦੂਜਿਆਂ ਨੂੰ ਬੜਾ ਇੰਪ੍ਰੈਸ ਕਰ ਦਿੰਦਾ, ਸੋ ਇਹ ਕੋਈ ਸਿਆਣੀ ਗੱਲ ਨਹੀਂ ਹੈ। ਲੇਕਿਨ ਕਿਉਂਕਿ ਉਹ ਮੰਨਦੇ ਸਨ ਇਸ ਗੱਲ ਨੂੰ, ਉਹਨਾਂ ਦਾ ਇਹ ਇਤਕਾਦ ਸੀ ਕਿ ਯਾਨੀ ਉਹ ਸਿਆਣਾ ਬੰਦਾ ਇਸੇ ਤੋਂ ਹੋਏਗਾ ਜਿਹੜਾ ਦੂਜਿਆਂ ਨੂੰ ਆਪਣੀ ਕਿਹਨੂੰ ਕਹਿੰਦੇ ਨੇ ਗੱਲਾਂ ਦੇ ਨਾਲ ਇੰਪ੍ਰੈਸ ਕਰ ਦੇਗਾ। ਪਰ ਪਾਸਟਰ ਜੀ ਇਹ ਤਾਂ ਹੁਣੇ ਤੱਕ ਵੀ ਚੱਲਦਾ ਹੈ ਜੀ, ਸਾਰੇ ਪੋਲੀਟੀਸ਼ੀਅਨਸ ਇਸੇ ਬੇਸ ਤੇ ਬੇਸ ਨੇ। ਸਹੀ ਸਹੀ ਸਹੀ, ਬਿਲਕੁਲ। ਪਾਸਟਰ ਜਬੂਰਾਂ ਦੇ ਵਿੱਚ ਪਰਮੇਸ਼ਰ ਨੇ ਆਪਣੇ ਵਚਨ ਦੇ ਦੁਆਰਾ ਬੜੀ ਸਫਾਈ ਦੇ ਨਾਲ ਲਿਖਿਆ ਹੈ ਕਿ ਇਨਸਾਨ ਦੀ ਜਿਹੜੀ ਬੁੱਧ ਹੈਗੀ ਆ ਉਹ ਕਿਸ ਤਰ੍ਹਾਂ ਨਾਲ ਸਮਝ ਸਕਦੀ ਹੈ ਕਿ ਇਹ ਜਿਹੜੇ ਆਕਾਸ਼ ਨੇ ਇਹ ਕਿਸ ਤਰ੍ਹਾਂ ਦੇ ਨਾਲ ਖਲੋਤੇ ਨੇ।
ਬਿਲਕੁਲ ਕੀ ਅੱਜ ਤੱਕ ਕੋਈ ਸਮਝ ਸਕਿਆ ਹੈ? ਜੀ ਕੋਈ ਜੀ ਸਾਇੰਸਦਾਨ, ਕੋਈ ਸਮਝ ਵਾਲਾ ਜਿਹੜਾ ਬੁੱਧੀ ਰੱਖਦਾ ਇਹਨਾਂ ਚੀਜ਼ਾਂ ਦੀ, ਉਹ ਚੀਜ਼ ਨੂੰ ਉਹ ਸਮਝ ਸਕਿਆ? ਅੱਜ ਤੱਕ ਨਹੀਂ ਸਮਝ ਸਕਿਆ ਕੁਝ ਵੀ। ਹਾਂਜੀ ਹਾਂਜੀ ਤੇ ਇਹ ਹੀ ਹੈ। ਨਹੀਂ ਜੀ, ਅਸੀਂ ਮੈਡੀਕਲ ਦੀ ਬੜੀ ਗੱਲ ਕਰ ਰਹੇ ਹਾਂ। ਡਾਕਟਰ ਸਾਹਿਬ ਥੋੜੇ ਮੇਰੇ ਤੋਂ ਜ਼ਿਆਦਾ ਜਾਣਦੇ ਨੇ ਕਿ ਅੱਜ ਤੱਕ ਕੋਈ ਡਾਕਟਰ ਇਹ ਨਹੀਂ ਦੱਸ ਸਕਿਆ ਵੀ ਆਹ ਸ਼ਾਇਦ ਨਿਕਲ ਗਈ ਸੀ ਤੇ ਬੰਦਾ ਮਰ ਗਿਆ। ਨਾ ਕਿਉਂ ਜੀ ਡਾਕਟਰ ਸਾਹਿਬ? ਹਾਂਜੀ ਕਿਸੇ ਨੇ ਫੜ ਕੇ ਵਿਖਾ ਦਿੱਤੀ ਹੋਏ ਵੀ ਆਹ ਰੂਹ ਸੀ, ਹਾਂ ਇਹ ਹਾਂ ਇਸ ਹਾਂ ਬੰਦੇ ਚੋਂ ਨਿਕਲ ਗਈ ਹੈ ਤੇ ਹੁਣ ਇਸ ਵਜ੍ਹਾ ਤੋਂ ਇਹ ਨਹੀਂ ਹੈ। ਇਹ ਨਹੀਂ ਹੈ ਇਹ ਕੋਈ ਹਾਂਜੀ ਨਹੀਂ ਵਿਖਾ ਸਕਿਆ ਅੱਜ ਤੱਕ, ਨਹੀਂ ਔਰ ਮੇਰਾ ਖਿਆਲ ਹੈ ਕਿ ਕੋਈ ਵਿਖਾ ਵੀ ਨਹੀਂ ਸਕੇਗਾ। ਅਸੀਂ ਤੇ ਕਿਹਨੂੰ ਕਹਿੰਦੇ ਨੇ ਕਿ ਗੱਲਾਂ ਕਰੀਏ ਨਾ ਜਦੋਂ ਖੁਦਾ ਦੀ ਹਿਕਮਤ ਦੀਆਂ, ਦੋ ਚੀਜ਼ਾਂ ਨਾਲ ਕਿਹਨੂੰ ਕਹਿੰਦੇ ਨੇ ਕਿ ਲੋਕਾਂ ਨੂੰ ਸਕੈਨ ਕਰਦੇ ਨੇ ਜੀ 에ਅਰਪੋਰਟਸ ਤੇ ਔਰ ਇਹ ਉਹ। ਇੱਕ ਤੇ ਅੱਖੀਆਂ ਦਾ ਰੰਗ, ਇਹ ਜਿਹੜੀ ਪੁਤਲੀ ਹੈ, ਹਾਂਜੀ ਹਰ ਇਨਸਾਨ ਦੀ ਪੁਤਲੀ ਜਿਹੜੀ ਉਹ ਫਰਕ ਹੈ। ਇਮੇਜਿਨ ਕਰੋ ਤੁਸੀਂ। ਇਮੇਜਿਨ ਕਰੋ, ਸ਼ਾਇਦ ਸ਼ਕਲਾਂ ਕੋਈ ਮਿਲ ਜਾਂਦੀਆਂ ਹੁਣ, ਕੋਈ ਹਾਂ ਕਿਹਨੂੰ ਕਹਿੰਦੇ ਹਾਂ ਇੰਨੇ ਸ਼ਕਲਾਂ ਬਹੁਤ ਮਿਲੀਅਨ ਨੇ, ਮਿਲਦੀ ਇੰਨੇ ਹਾਂ ਬਿਲੀਅਨ ਨੇ, ਉਹਨਾਂ 'ਚ ਸ਼ਾਇਦ ਕੋਈ ਦੋ ਇੱਕ ਮਿਲ ਜਾਂਦੀਆਂ ਹੁਣ। ਹਮ, ਲੇਕਿਨ ਇਹ ਅੱਖਾਂ ਦੀ ਜਿਹੜੀ ਬਨਾਵਟ ਹੈ ਜਾਂ ਉਹ ਅੰਦਰ ਪੁਤਲੀ ਜਿਹੜੀ ਹੈ, ਉਹ ਕਿਸੇ ਦੀ ਇੱਕ ਦੂਸਰੇ ਨਾਲ ਨਹੀਂ ਮਿਲਦੀ। ਜੀ ਤੇ ਦੂਜੀ ਇਹ ਅੰਗੂਠੇ ਦੀ ਜਿਹੜੀ ਲਕੀਰਾਂ ਨੇ, ਫਿੰਗਰਪ੍ਰਿੰਟਸ। ਇਹ ਵੀ ਆਪਸ 'ਚ ਨਹੀਂ ਮਿਲਦੀਆਂ ਕਿਸੇ ਦੀ। ਜੀ ਬਿਲਕੁਲ ਕਿੰਨੇ ਖੁਦਾ ਨੇ ਬਣਾ ਦਿੱਤੇ ਨੇ ਲੋਕੀ, ਕਿੰਨੇ ਇਸ ਦੁਨੀਆ 'ਚ ਲੋਕੀ ਨੇ, ਅਰਬਾਂ ਦੇ ਹਿਸਾਬ ਨਾਲ 6 ਅਰਬ ਤੋਂ ਉੱਤੇ ਆਬਾਦੀ ਹੈ, ਤੇ ਅੱਜ ਤੱਕ ਇਹ ਜਿਹੜੇ ਅੰਗੂਠਿਆਂ ਦੇ ਨਿਸ਼ਾਨ ਨੇ ਤੇ ਅੱਖੀਆਂ ਦਾ ਰੰਗ ਜਿਹੜਾ, ਇਹ ਕਿਸੇ ਨਾਲ ਨਹੀਂ ਮਿਲਦਾ। ਅੱਛਾ ਨਹੀਂ ਜੀ ਨਹੀਂ ਪਾਸਟਰ ਜੀ, ਇਹ ਤਾਂ ਤੁਸੀਂ ਹੁਣ ਦੀ ਗੱਲ ਕਰ ਰਹੇ ਹੋ ਨਾ। 2000 ਸਾਲ ਤੇ 2000 ਸਾਲ ਤੋਂ ਵੀ ਪਹਿਲਾਂ ਇੰਨੇ ਸਾਲ ਕਿੰਨੇ, ਇਹ ਤੇ ਤੁਸੀਂ ਨੰਬਰ ਹੀ ਜਿੰਨੇ ਸਟਾਰਸ ਆ ਉਹ ਹਿਸਾਬ ਨਾਲ ਹੀ ਆ। ਤੇ ਇੰਨੇ ਲੋਕੀ ਆ ਕੇ ਜਾ ਚੁੱਕੇ ਨੇ, ਲੇਕਿਨ ਜੀ ਜਿਹੜੇ ਚਲੇ ਗਏ ਨੇ ਉਹਨਾਂ ਦੇ ਫਿੰਗਰਪ੍ਰਿੰਟ ਵੀ ਨਹੀਂ ਆਪਸ 'ਚ ਮਿਲਦੇ। ਵਾਹ ਵਾਹ, ਬਹੁਤ ਅੱਛਾ। ਯਾਨੀ ਕਿ ਜਦੋਂ ਪਿੱਛੇ ਜਾ ਕੇ ਜਦੋਂ ਦਿੰਦੇ ਸਟੱਡੀ, ਜੇ ਅੱਜ ਕੱਲ ਜੈਨੇਟਿਕ ਜਿਹੜੀ ਕਰਦੇ ਆ, ਜੇ ਉਹ ਇੱਕ ਉਹੀ ਤੇ ਕਹਿੰਦੇ ਇੱਕ ਬਾਲ ਹੇਅਰ ਮਿਲ ਜਾਏ ਫਿਰ ਜੈਨੇਟਿਕ ਸਟੱਡੀ ਕਰੇ, ਯਾਨੀ ਕਿ ਇਹ ਜੈਨੇਟਿਕਲੀ ਹੈ ਨਾ। ਤੇ ਇੱਕ ਜੀਨਸ ਦਾ ਪੈਟਰਨ ਜਿਹੜਾ ਹੈ ਉਹ ਦੂਸਰੀ ਜੀਨ ਦੇ ਪੈਟਰਨ ਦੇ ਨਾਲ ਕਿਸੇ ਦੇ ਨਾਲ ਨਹੀਂ ਮਿਲਦਾ। ਜੀ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਇੰਨੇ ਕਰੋੜ ਲੋਕੀ, ਪਤਾ ਨਹੀਂ ਕਿੰਨੇ ਉਹ ਲੋਕੀ ਅਰਬਾਂ 'ਚ। ਆ ਕੇ ਚਲੇ ਗਏ, ਪਰ ਉਹਨਾਂ ਦਾ ਵੀ ਇੱਕ ਦੂਸਰੇ ਨਾਲ ਨਹੀਂ ਮੇਲ ਖਾਂਦਾ। ਸੋ ਮੈਂ ਉਹ ਇਹ ਨਹੀਂ ਸੋਚਣ ਇਹ ਡਿਆ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਸਿਆਣਾ ਕਹਿੰਦਾ, ਹਾਂ ਉਹ ਸਿਆਣਾ ਕਿਸ ਤਰ੍ਹਾਂ ਵੇ? ਠੀਕ ਹੈ, ਜਿਹੜਾ ਆਪਣੇ ਆਪ ਨੂੰ ਦਨਾ ਜਾਂ ਬੜਾ ਕਹਿੰਦਾ ਮੈਂ ਹਿਕਮਤ ਵਾਲਾ, ਉਹਦੀ ਹਿਕਮਤ ਕਿੱਥੇ ਗਈ? ਕਿੱਥੇ ਗਈ? ਉਹ ਸਹੀ ਕਹਿ ਰਿਹਾ, ਕਿੱਥੇ ਗਈ ਹਾਂਜੀ, ਦੱਸੋ। ਕਿੱਥੇ ਗਈ? ਉਹ ਕਹਿੰਦਾ ਕੁਛ ਵੀ ਨਹੀਂ। ਇਹ ਤੇ ਤੁਸੀਂ, ਇਹ ਤੇ ਤੁਹਾਡੀ, ਇਹ ਤੁਸੀਂ ਹਿਕਮਤ ਕਹਿੰਦੇ ਹੋ, ਤੁਸੀਂ ਬੇਵਕੂਫ ਤੁਸੀਂ ਹੀ ਹੋ ਅਸਲ 'ਚ, ਹਾਂ ਜਿਹੜੇ ਸਲੀਬ ਦੇ ਪੈਗਾਮ ਨੂੰ ਬੇਵਕੂਫੀ ਸਮਝਣ ਡਏ ਹੋ। ਸਮਝਣ ਡਏ ਅਸਲ 'ਚ ਹੋ। ਤੁਸੀਂ ਬੇਵਕੂਫ ਹੋ, ਤੁਹਾਨੂੰ ਨਹੀਂ ਹਾਂ ਪਤਾ ਕਿ ਤੁਸੀਂ ਕੀ ਸ਼ਾ। ਕੀ ਤੇ ਮੈਂ ਮੈਨੂੰ ਅਕਸਰ ਯਾਦ ਆਉਂਦਾ ਕਿ ਅਸੀਂ ਗਰੂਰ ਕਰਨੇ ਆ ਬੜਾ। ਠੀਕ ਹੈ, ਮੇਰੇ ਇੱਕ ਜਦੋਂ ਮੈਂ ਕਾਲਜ ਪੜ੍ਹਦਾ ਸਾਂ, ਮੇਰੇ ਸਵਿਕਸ ਦੇ ਇੱਕ ਪ੍ਰੋਫੈਸਰ ਦੀ ਗੱਲ ਅੱਜ ਤੱਕ ਮੈਨੂੰ ਯਾਦ ਹੈ। ਉਹਨੇ ਕਿਹਾ ਕਿ ਜਿਹੜਾ ਕਹਿੰਦੇ ਨੇ ਮੈਂ ਬੜਾ ਭਲਵਾਨ, ਬੜਾ ਫੰਨੇ ਖਾਂ ਵਾਂ, ਹੂੰ ਉਹਨੂੰ ਪੁੱਛੋ ਵੀ ਤੇਰੀ ਆਪਣੇ ਖਾਨਦਾਨ 'ਚ ਕਿੰਨੀ ਕੁ ਇੱਜ਼ਤ ਹੈ ਜਾਂ ਤੂੰ ਕਿੰਨਾ ਕੁ ਸਿਆਣਾ ਹੈ। ਜੀ ਚਲੋ ਖਾਨਦਾਨ 'ਚ ਚਲੋ ਇੱਕ ਦੋ ਬੰਦਾ ਨਹੀਂ ਪਸੰਦ ਕਰਦਾ, ਮਹੱਲੇ 'ਚ ਪੁੱਛ ਲਓ ਕਿ ਕਿੰਨੇ ਕੁ ਲੋਕੀ ਤੈਨੂੰ ਸਿਆਣਾ, ਬੜਾ ਵੱਡਾ ਸਮਝਦੇ ਨੇ, ਫੰਨੇ ਖਾਂ ਸਮਝਦੇ ਨੇ। ਉਹਨੇ ਕਿਹਾ ਚਲੋ ਮਹੱਲਾ ਵੱਡਾ ਹੈ, ਥੋੜਾ ਜਿਹਾ ਹੋਰ ਅੱਗੇ ਚੱਲਨੇ, ਸ਼ਹਿਰ 'ਚ ਪੁੱਛ ਲਓ ਇਹਦੇ ਬਾਰੇ 'ਚ ਕਿੰਨੇ ਲੋਕੀ ਤੈਨੂੰ ਜਾਣਦੇ ਨੇ ਤੇ ਕਿੰਨੇ ਤੈਨੂੰ ਕਹਿੰਦੇ ਨੇ ਕਿ ਤੂੰ ਬੜਾ ਹਿਕਮਤ ਵਾਲਾ ਹੈ। ਜੀ ਤੇਰੀ ਮੁਲਕ ਆਪਣੇ 'ਚ ਕੀ ਹਸੀਅਤ ਹੈ? ਠੀਕ ਹੈ, ਜੀ ਤੇ ਫਿਰ ਆ ਜਿਹੜੀ ਦੁਨੀਆ ਹੈ ਇਹਦੇ 'ਚ ਤੇਰੀ ਕੀ ਹਸੀਅਤ ਹੈ, ਤੇ ਫਿਰ ਉਹਦੇ ਬਾਅਦ ਜਿਹੜੀ ਯੂਨੀਵਰਸ ਹੈ ਉਹਦੇ 'ਚ ਕੀ ਹਸੀਅਤ ਹੈ? ਫਖਰ ਕਿਹੜੀ ਗੱਲ ਦਾ ਕਰਨ ਰਹੇ ਅਸੀਂ ਤਾਂ ਕੁਝ ਵੀ ਨਹੀਂ ਹੈ, ਨਥਿੰਗ। ਨਥਿੰਗ। ਯਾਨੀ ਈਵਨ ਮੁਲਕ ਜਿਹੜੇ ਨੇ, ਜਦੋਂ ਅਸੀਂ ਦੁਨੀਆ ਦਾ ਨਕਸ਼ਾ ਵੇਖਦੇ ਹਾਂ ਤੇ ਛੋਟੇ ਮੁਲਕ ਜਿਸ ਤਰ੍ਹਾਂ ਸਿੰਗਾਪੁਰ ਹੈ, ਉਹ ਇੱਕ ਨੁਕਤੇ ਦੀ ਤਰ੍ਹਾਂ, ਇੱਕ ਐਡਾ ਕੁ ਨੁਕਤਾ ਹੈ। ਹੁਣ ਉਸ ਨੁਕਤੇ ਦੇ ਵਿੱਚ ਕਿੰਨੇ ਲੋਕੀ ਨੇ, ਇਹ ਅਸੀਂ ਸਮਝ ਨਹੀਂ ਸਕਦੇ। ਸੋ ਗੱਲ ਅਸੀਂ ਕਰਨ ਰਹੇ ਹਾਂ ਕਿ ਅਸਲ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਸਿਆਣਾ, ਜਿਹੜੇ ਆਪਣੇ ਆਪ ਨੂੰ, ਅੱਗੇ ਬੜੀ ਅੱਛੀ ਗੱਲ ਕੀਤੀ ਹੈ ਤੁਸੀਂ ਕਿ ਜਿਹੜਾ ਕਮਜ਼ੋਰ ਆਪਣੇ ਆਪ ਨੂੰ ਸਮਝਦਾ ਹੈ, ਖੁਦਾ ਉਹਨੂੰ ਇਸਤੇਮਾਲ ਕਰਦਾ ਹੈ, ਕਿਉਂਕਿ ਉਹਦੇ 'ਚ ਮੈਂ ਨਹੀਂ ਆਉਂਦੀ। ਉਹ ਕਹਿੰਦਾ ਮੈਂ ਬੜੀ ਚੀਜ਼ ਆ, ਉਹ ਇਹ ਨਹੀਂ ਕਹਿੰਦਾ, ਬਲਕਿ ਉਹ ਖੁਦਾ ਵੱਲ ਵੇਖਦਾ। ਪਰ ਉਸ ਨੂੰ ਵੀ ਕਹਿੰਦਾ ਨਾ ਕਿ ਜਦੋਂ ਮੈਂ ਕਮਜ਼ੋਰ ਹੁੰਨਾ ਉਦੋਂ ਹੀ ਮੈਂ ਤਾਕਤਵਰ ਹੁੰਨਾ, ਹਾਂ ਕਿਉਂਕਿ ਤੇਰੀ ਕੁਦਰਤ ਉਦੋਂ ਮੇਰੇ ਵਿੱਚ ਕੰਮ ਕਰਦੀ ਹੈ। ਬਿਲਕੁਲ ਠੀਕ ਹੈ। ਸੋ ਮੇਰੇ ਅਜ਼ੀਜ਼ੋ, ਸਾਨੂੰ ਬੜੀ ਗੱਲ ਯਾਦ ਰੱਖਣ ਵਾਲੀ ਹੈ ਕਿ ਕਿਹਨੂੰ ਕਹਿੰਦੇ ਨੇ ਕਿ ਅਸੀਂ ਅਗਰ ਆਪਣੇ ਆਪ ਨੂੰ ਉਹਦੇ ਲੋਕੀ ਸਮਝਦੇ ਹਾਂ ਜਾਂ ਉਹਦੇ ਜਾਣਦੇ ਹਾਂ, ਤੇ ਸਾਨੂੰ ਕਿਹਨੂੰ ਕਹਿੰਦੇ ਨੇ ਕਿ
ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਖੁਦਾ ਤੇ ਭਰੋਸਾ ਕਰਨਾ ਸਿੱਖੀਏ, ਆਪਣੇ ਆਪ ਤੇ ਨਹੀਂ, ਜਾਂ ਆਪਣੇ ਕਿਹਨੂੰ ਕਹਿੰਦੇ ਨੇ ਆਪਣੀ ਦਨਾਈ ਤੇ, ਜਾਂ ਆਪਣੀ ਹਿਕਮਤ ਤੇ, ਜਾਂ ਆਪਣੇ ਜ਼ੋਰ ਤੇ ਅਸੀਂ ਸਮਝੀਏ ਕਿ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਤੇ ਇਹ ਗੱਲ ਨਹੀਂ ਹੋ ਸਕਦੀ। ਬਲਕਿ ਅਸੀਂ ਅਗਰ ਉਹਦੇ ਤੇ ਇਨਸਾਰ ਕਰਨੇ, ਉਹਦੇ ਤੇ ਡਿਪੈਂਡੈਂਟ ਆ, ਤੇ ਫਿਰ ਉਹ ਸਾਡੇ ਥਰੂ ਸਾਡੇ ਤੋਂ ਕੰਮ ਲਏਗਾ। ਹਾਂਜੀ, ਅੱਗੇ ਥੋੜਾ ਜਿਹਾ ਚੱਲੀਏ ਜੀ ਡਾਕਟਰ ਸਾਹਿਬ। ਤੇ ਲਿਖਿਆ ਇਸ ਲਈ ਭਈ ਜਦ ਖੁਦਾ ਦੀ ਦਨਾਈ ਦੇ ਸਬਬੋਂ ਦੁਨੀਆ ਆਪਣੀ ਦਨਾਈ ਨਾਲ ਖੁਦਾ ਨੂੰ ਨਾ ਸਿਆਤਾ, ਤਦ ਖੁਦਾ ਨੂੰ ਇਹ ਚੰਗਾ ਲੱਗਾ ਭਈ ਇਸ ਮੁਨਾਦੀ ਦੀ ਮੂਰਖ ਦੀ ਰਾਹੀਂ ਈਮਾਨ ਲਾਉਣ ਵਾਲਿਆਂ ਨੂੰ ਨਜਾਤ ਦੇਵੇ। ਹਾਂਜੀ, ਗੱਲ ਹੋਣ ਡਈ ਹੈ ਇੱਥੇ ਇਹ ਕਿ ਜਦੋਂ ਇਹ ਲੋਕੀ ਆਪਣੇ ਆਪ ਨੂੰ ਸਿਆਣਾ ਸਮਝਦੇ ਨੇ ਜਾਂ ਨਿਸ਼ਾਨ ਮੰਗਦੇ ਨੇ, ਤੇ ਖੁਦਾ ਨੂੰ ਇਹ ਚੰਗਾ ਲੱਗਾ ਕਿ ਇਹ ਮੁਨਾਦੀ ਜਿਹੜੀ ਹੈ, ਮੂਰਖਤਾ ਦੀ ਮੁਨਾਦੀ ਜਿਹੜੀ ਹੈ, ਜਿਹਨੂੰ ਉਹ ਮੂਰਖਤਾ ਸਮਝਦੇ ਨੇ, ਉਹਦੇ ਰਾਹੀਂ ਈਮਾਨ ਲਿਆਉਣ ਵਾਲੇ ਨੂੰ ਨਜਾਤ ਦੇਵੇ। ਠੀਕ ਹੈ ਜੀ। ਹੁਣ ਗੱਲ ਇਹ ਵੇ ਕਿ ਇਹ ਨਜਾਤ ਜਿਹੜੀ ਹੈ, ਇਹ ਅਸੀਂ ਇਹਦੇ ਤੋਂ ਕੀ ਮੁਰਾਦ ਹੈ ਜਾਂ ਕੀ ਸਮਝਦੇ ਹਾਂ ਕਿ ਨਜਾਤ ਜਿਹੜੀ ਹੈ ਉਹ ਕਿਸ ਤਰ੍ਹਾਂ ਸਾਨੂੰ ਮਿਲ ਸਕਦੀ ਹੈ, ਨਜਾਤ ਕਿਹਦੇ ਤੋਂ ਮਿਲਦੀ ਹੈ, ਨਜਾਤ ਦਾ ਕਿਹਨੂੰ ਕਹਿੰਦੇ ਨੇ ਕਿ ਸਲੀਬ ਦੇ ਨਾਲ ਕੀ ਤਾਲੁਕ ਹੈ। ਜੀ ਡਾਕਟਰ ਸਾਹਿਬ ਥੋੜਾ ਜਿਹਾ ਇਹਦੇ ਤੇ ਰੋਸ਼ਨੀ ਪਾਇਓ ਤੁਸੀਂ। ਆਈ ਥਿੰਕ ਪਾਸਟਰ ਜੀ ਬ੍ਰਦਰ ਇਮੈਨੂਅਲ ਨੇ ਐਕਚੁਅਲੀ ਆਲਰੇਡੀ ਥੋੜਾ ਜਿਹਾ ਸਾਨੂੰ ਦੱਸਿਆ ਸੀਗਾ ਕਿ ਰੋਸ਼ਨੀ ਪਾਈ ਇਹਦੇ ਤੇ ਕਿ ਸਾਡੀ ਜਿਹੜੀ ਕ੍ਰਾਸ ਹੀ ਲੈ ਕੇ ਜਾਂਦੀ ਹੈ ਸਾਨੂੰ ਉਸ ਵਿਸ਼ਵਾਸ ਦੇ ਵੱਲ। ਸਾਲਵੇਸ਼ਨ ਸਾਡੀ ਜਿਹੜੀ ਹੈ ਉਹ ਥਰੂ ਕ੍ਰਾਈਸਟ ਹੀ ਹੈ, ਬਿਕੋਜ਼ ਉਹੀ ਮੈਸੇਜ ਆਫ ਕ੍ਰਾਸ ਇਹੀ ਹੈ ਕਿ ਹੀ ਕੇਮ, he died and he resurrected. That's right. So resurrection is the message. Resurrection is salvation. Because अगर Jesus Christ खुद resurrect नहीं ਹੁੰਦਾ ਤੇ ਇਹ ਮੈਸੇਜ ਜਿਹੜਾ ਸੀਗਾ ਇਹ ਪੌਲ ਵੀ ਨਹੀਂ ਦੇ ਪਾਉਂਦਾ, ਅਸੀਂ ਵੀ ਨਹੀਂ ਸੁਣਦੇ, ਅਸੀਂ ਵੀ ਨਹੀਂ ਦੱਸਦੇ। ਜੀ ਠੀਕ ਹੈ, ਕਿਉਂਕਿ ਦੇਖੋ ਅਸੀਂ ਉਹੀ ਤਾਂ ਇਸੇ ਕਰਕੇ ਤਾਂ ਉਹ ਕਹਿ ਰਿਹਾ ਕਿ ਮੂਰਖ ਲੋਕੀ ਤਾਂ ਇੱਥੇ ਤੱਕ ਹੀ ਸੋਚਦੇ ਰਹੇ ਕਿ ਇਹ ਮਰ ਕਿੱਦਾਂ ਸਕਦਾ ਹੈ, ਰਾਈਟ। ਲੇਕਿਨ ਮੂਰਖਾਂ ਨੇ ਇਹ ਨਹੀਂ ਸੋਚਿਆ ਅੱਗੇ ਕਿ ਇਹ ਜ਼ਿੰਦਾ ਕਿੱਦਾਂ ਹੋ ਗਿਆ। ਬਿਲਕੁਲ ਰਾਈਟ। ਸਹੀ। ਉਹ ਮੌਤ ਤੱਕ ਹੀ ਸੀਮਤ ਰਹਿ ਗਏ, ਉਹਨਾਂ ਨੇ ਜ਼ਿੰਦਗੀ ਦੇਖੀ ਨਹੀਂ, ਕਿਉਂਕਿ ਇਹੀ ਮੈਸੇਜ ਹੈ ਸਾਰਾ ਕ੍ਰਾਸ ਦਾ ਕਿ ਉਹਦੀ ਜਿਹੜੀ ਜ਼ਿੰਦਗੀ ਹੈ ਉਹਨੇ ਹਮੇਸ਼ਾ ਦੀ ਜ਼ਿੰਦਗੀ ਆਪ ਪਾਈ, ਤੇ ਉਹ ਕਹਿੰਦਾ ਇਹੀ ਜ਼ਿੰਦਗੀ ਮੈਂ ਤੁਹਾਨੂੰ ਦਵਾਂਗਾ, ਮੈਂ ਚੱਲਾਂ ਆਪਣੇ ਪਿਓ ਕੋਲ ਤੇ ਮੈਂ ਤੁਹਾਡੇ ਵਾਸਤੇ ਜਗ੍ਹਾ ਤਿਆਰ ਕਰਦਾ। ਸਹੀ। ਠੀਕ ਹੈ, ਤੇ ਇਹੀ ਮੈਸੇਜ ਹੈ ਕਿ ਇਨ ਦੀ ਐਂਡ ਕਿ ਉਹ ਹਿਮਸੈਲਫ he was resurrected and he has given us that assurance कि you will be resurrected and you will have a everlasting life ਜਿੱਦਾਂ ਕਿ ਮੇਰੀ ਹੈ, ਔਰ ਉਦਾਂ ਹੀ ਮੈਂ ਤੁਹਾਨੂੰ ਆਪਣੇ ਬਾਪ ਕੋਲ ਕਿ ਖੁਦਾ ਕੋਲ ਲੈ ਕੇ ਜਾਵਾਂਗਾ। ਸੋ ਆਈ ਥਿੰਕ ਇਹ ਇੱਕ ਐਸਾ ਮੈਸੇਜ ਹੈ ਜਿਹੜਾ ਕਿ ਅਸੀਂ ਇਸੇ ਕਰਕੇ ਉਹਨਾਂ ਨੇ ਇੱਕ ਹੋਰ ਵੀ ਬੜੀ ਜ਼ਬਰਦਸਤ ਗੱਲ ਹੈ, ਉਹ ਕਹਿੰਦਾ ਜੇ ਸਾਰਾ ਕੁਝ ਤੋਂ ਹੁਣ verse 24 ਦੇ ਵਿੱਚ both Jews and but to those God has called both Jews and Greeks through the Christ is the power of God and wisdom of God. ਬਿਲਕੁਲ, ਬਹੁਤ ਅੱਛਾ। ਉਹਨੇ ਸਾਰਾ ਕੁਝ ਸਮ ਕਰਤਾ ਕਿ ਤੁਸੀਂ ਕੀ ਲੱਭਦੇ ਹੋ, ਜੋ ਤੁਸੀਂ ਲੱਭਦੇ ਹੋ ਉਸ ਦੋਵੇਂ ਚੀਜ਼ਾਂ ਇਹਦੇ ਚ ਪਾਈਆਂ ਜਾਂਦੀਆਂ, ਇਹਦੇ ਚ ਹੀ ਪਾਈਆਂ ਜਾਂਦੀਆਂ ਨੇ, ਯਾਨੀ ਖੁਦਾਵੰਦ ਯਿਸੂ ਮਸੀਹ ਚ। ਹਾਂਜੀ, ਬਹੁਤ ਸ਼ੁਕਰੀਆ, ਬਹੁਤ ਅੱਛੇ ਜੀ। ਹਾਂਜੀ ਬ੍ਰਦਰ ਜੀ, ਮੈਂ ਤੁਹਾਡੇ ਵੱਲ ਆਵਾਂਗਾ ਕਿ ਵੇਖੋ ਦੁਨੀਆ ਤੇ ਬੜੇ ਮਜ਼ਹਬ ਨੇ, ਬੜੇ ਲੋਕੀ ਈਮਾਨ ਰੱਖਦੇ ਨੇ ਮੁਖਤਲਿਫ ਗੱਲਾਂ ਤੇ, ਔਰ ਹਰ ਇੱਕ ਕਹਿੰਦਾ ਕਿ ਜਿਹੜੀ ਨਜਾਤ ਹੈ, ਮੁਕਤੀ ਹੈ, ਉਹ ਇਸ ਤਰੀਕੇ ਨਾਲ ਮਿਲਦੀ ਹੈ। ਠੀਕ ਹੈ, ਕੋਈ ਰਾਤ ਨੂੰ ਇੱਕ ਲੱਤ ਤੇ ਖਲੋ ਜਾਂਦਾ, ਠੀਕ ਹੈ, ਕੋਈ ਜੰਗਲਾਂ 'ਚ ਚਲਾ ਜਾਂਦਾ, ਕੋਈ ਸਮਝਦਾ ਮੈਂ ਨੇਕ ਕੰਮ ਕਰਕੇ ਤੇ ਮੈਂ ਇਹ ਮੁਕਤੀ ਜਿਹੜੀ ਹੈ ਪਾ ਲਾਂਗਾ। ਸੋ ਤੁਹਾਡਾ ਕੀ ਖਿਆਲ ਹੈ ਕਿ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਦੇ ਨਾਲ ਅਸੀਂ ਜਿਹੜੀ ਨਜਾਤ ਹੈ ਜਾਂ ਜਿਹੜੀ ਸਾਡੀ, ਮੈਂ ਸਿਰਫ ਗੁਨਾਹਾਂ ਦੀ ਗੱਲ ਕਰਾਂਗਾ ਕਿਉਂਕਿ ਅਸੀਂ ਮੇਨਲੀ ਗੁਨਾਹਾਂ ਦੀ ਨਿਜਾਤ ਦੀ ਗੱਲ ਕਰਨੇ ਆ ਪਏ, ਹੋਰ ਵੀ ਗੱਲਾਂ 'ਚੋਂ ਨਿਜਾਤ ਮਿਲ ਸਕਦੀ ਹੈ, ਲੇਕਿਨ ਗੁਨਾਹਾਂ ਤੋਂ ਨਿਜਾਤ ਜਿਹੜੀ ਹੈ ਉਹ ਕਿਸ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਸਾਰੀ ਦੁਨੀਆ ਜਿਹੜੀ ਹੈ ਉਹ ਅਗਰ ਕਿਹਨੂੰ ਕਹਿੰਦੇ ਨੇ ਕਿ ਸਮਝਦੇ ਨੇ ਕਿ ਇਸ ਤਰ੍ਹਾਂ ਮਿਲਦੀ ਹੈ, ਜੋ ਕੁਛ ਅਸੀਂ ਕਹਿੰਦੇ ਹਾਂ ਉਹਦੇ ਨਾਲ ਮਿਲਦੀ ਹੈ, ਤੇ ਇਹ ਕਿੱਥੋਂ ਤੱਕ ਦਰੁਸਤ ਹੈ
ਔਰ ਸਾਡਾ ਜਿਹੜਾ ਨਜ਼ਰੀਆ ਮਸੀਹ ਹੁੰਦਿਆਂ ਕਿ ਸਾਨੂੰ ਨਜਾਤ ਕਿੰਜ ਮਿਲਦੀ ਹੈ, ਥੋੜੀ ਜਿਹੀ ਇਹਦੇ ਤੇ ਤੁਸੀਂ ਗੱਲ ਕਰੋ ਬ੍ਰਦਰ ਇਮੈਨੂਅਲ। ਪਾਸਟਰ ਜੀ, ਜਦੋਂ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਤੇ ਮਿਨਿਸਟਰੀ ਦੇ ਵਿੱਚ ਸੀ, ਤੇ ਜਦੋਂ ਅਸੀਂ ਬੁੱਕ ਆਫ ਜੌਨ ਨੂੰ ਖੋਲਦੇ ਹਾਂ, ਉਹਦਾ 3 ਅਧਿਆਏ ਨੂੰ, ਯਹੂਨਾ 3 ਅਧਿਆਏ ਨੂੰ ਅਸੀਂ ਖੋਲਦੇ ਹਾਂ, ਤੇ ਇੱਕ ਸ਼ਰ੍ਹਾ ਦਾ ਬੜਾ ਆਲਮ ਹੈ ਜਿਹੜਾ ਇਸ ਸ਼ਰ੍ਹਾ ਨੂੰ ਜਾਣਦਾ ਹੈ। ਉਹ ਰਾਤ ਦੇ ਸਮੇਂ ਪ੍ਰਭੂ ਯਿਸੂ ਮਸੀਹ ਕੋਲ ਆਇਆ, ਜਿਹਦਾ ਨਾਮ ਨਿਕੋਦੇਮਸ ਸੀ। ਜੀ ਜੀ। ਤੇ ਨਿਕੋਦੇਮਸ ਉਹਨੂੰ ਪ੍ਰਭੂ ਯਿਸੂ ਮਸੀਹ ਨੂੰ ਸਵਾਲ ਕਰਦਾ ਹੈ ਕਿ ਮੈਂ ਕਿਸ ਤਰ੍ਹਾਂ ਦੇ ਨਾਲ ਪਰਮੇਸ਼ਵਰ ਦੇ ਰਾਜ ਦੇ ਵਿੱਚ ਜਿਹੜਾ ਹੈ ਉਹ ਸ਼ਾਮਲ ਹੋ ਸਕਦਾ। ਤੇ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕਿਹਾ ਸੀ ਕਿ ਜਿੰਨੇ ਦੇਰ ਤੱਕ ਕੋਈ ਜਲ ਔਰ ਆਤਮਾ ਤੋਂ ਨਾ ਜਨਮੇ, ਉਹ ਪਰਮੇਸ਼ਵਰ ਦੇ ਰਾਜ ਦੇ ਵਿੱਚ ਐਂਟਰ ਨਹੀਂ ਹੋ ਸਕਦਾ। ਉਹ ਕਹਿੰਦਾ ਮੈਂ ਤੇ ਬੁੱਢਾ ਹੋ ਗਿਆ, ਤੇ ਮੈਂ ਕਿਸ ਤਰ੍ਹਾਂ ਦੇ ਨਾਲ ਆਪਣੀ ਮਾਂ ਦੇ ਕੁੱਖ ਦੇ ਵਿੱਚ ਹੁਣ ਜਾ ਸਕਦਾ ਹੈ। ਜਦੋਂ ਇਸੇ ਹੀ ਚੈਪਟਰ ਨੂੰ ਅਸੀਂ ਪੜ੍ਹਦੇ ਹਾਂ, ਆਪਾਂ ਬੜੇ ਵਿਸਤਾਰ ਦੇ ਨਾਲ ਗੱਲਾਂ ਕੀਤੀਆਂ ਬੁੱਧ ਦੇ ਬਾਰੇ। ਤੇ ਗ੍ਰੀਕ ਜਿਹੜੇ ਨੇ ਉਹ ਬੁੱਧ ਦੇ ਬੜੇ ਸ਼ੌਕੀਨ ਨੇ, ਦੇ ਆਰ ਲਵ ਟੂ ਡਿਬੇਟ ਫਿਲਾਸਫੀ, ਸਾਰਾ ਕੁਝ ਉਹਨਾਂ ਕੋਲ ਹੈ। ਜਿਹੜੇ ਜਿਊਜ਼ ਨੇ ਉਹ ਮਿਰੇਕਲ ਮੰਗਦੇ ਨੇ ਜੀ। ਪ੍ਰਭੂ ਯਿਸੂ ਮਸੀਹ ਨੇ ਇੱਥੇ ਨਾ ਬੜੀ ਸਫਾਈ ਦੇ ਨਾਲ ਉੱਥੇ ਲੋਕਾਂ ਨੂੰ ਸੰਬੋਧਨ ਕੀਤਾ ਹੈ ਕਿ ਮੂਸਾ ਦੇ ਟਾਈਮ ਦੇ ਉੱਤੇ ਮੂਸਾ ਨੇ ਅਜਾੜ ਦੇ ਵਿੱਚ ਢਾਂਗੇ ਦੇ ਉੱਤੇ ਇੱਕ ਪਿੱਤਲ ਦਾ ਸੱਪ ਜਿਹੜਾ ਸੀ ਉਹ ਟੰਗਿਆ ਸੀ, ਕਿ ਜਿਹੜਾ ਉਹਨੇ ਕਿਹਾ ਜਿਹੜਾ ਉਹਨੂੰ ਨਿਸ਼ਚੇ ਦੇ ਨਾਲ ਵੇਖੇਗਾ ਉਹ ਬਚਾਇਆ ਜਾਏਗਾ। ਕਿਉਂਕਿ ਉਸ ਸਮੇਂ ਦੇ ਵਿੱਚ ਇਸਰਾਈਲੀ ਲੋਕਾਂ ਨੇ ਪਾਪ ਕੀਤਾ, ਖੁਦਾ ਦੇ ਖਿਲਾਫ ਬੁੜਬੜਾਏ, ਤੇ ਖੁਦਾ ਨੇ ਅਗਨੀ ਸੱਪ ਭੇਜ ਦਿੱਤੇ, ਤੇ ਉਹ ਉਹਨਾਂ ਨੂੰ ਕੱਟਦੇ ਸੀ ਤੇ ਉਹ ਮਰ ਜਾਂਦੇ ਸੀ। ਉਹ ਮੂਸਾ ਕੋਲ ਦਹਾਈ ਦਿੱਤੀ, ਤੇ ਮੂਸਾ ਨੇ ਉਹ ਕੀਤਾ ਕਿ ਤੁਸੀਂ ਨਿਸ਼ਚੈ ਨਾਲ ਜੇ ਤੁਸੀਂ ਉਹਨੂੰ ਵੇਖੋਗੇ ਬਚਾਏ ਜਾਓਗੇ, ਜਿੰਨੇ ਵੱਡੇ ਆ ਉਹਨੂੰ ਹੀ ਵੇਖੋਗੇ। ਹਾਂਜੀ, ਪ੍ਰਭੂ ਯਿਸੂ ਮਸੀਹ ਇੱਥੇ ਕਹਿੰਦਾ ਹੈ ਕਿ ਇਸੇ ਤਰ੍ਹਾਂ ਮਨੁੱਖ ਦਾ ਪੁੱਤਰ, ਉਹਨੇ ਇੱਕ ਟਾਈਟਲ ਲਈ ਹੈ ਮਨੁੱਖ ਦਾ ਪੁੱਤਰ, ਸਨ ਆਫ ਅ ਮੈਨ, ਜਦੋਂ ਉਹ ਜਿਹੜਾ ਹੈ ਉੱਚੇ ਤੇ ਚੜਾਇਆ ਜਾਏਗਾ, ਜਿਹੜਾ ਉਹਨੂੰ ਨਿਸ਼ਚੈ ਦੇ ਨਾਲ ਦੇਖੇਗਾ ਵਿਦ ਬਲੀਫ, ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਵੇਖੇਗਾ ਉਹ ਬਚਾਇਆ ਜਾਏਗਾ। ਸਹੀ। ਪਰਮੇਸ਼ਰ ਦਾ ਵਚਨ ਇਹ ਬੜੀ ਸਫਾਈ ਦੇ ਨਾਲ ਦੱਸਦਾ ਹੈ ਕਿ ਇਸ ਧਰਤੀ ਦੇ ਉੱਤੇ, ਸਵਰਗ ਦੇ ਵਿੱਚ ਉੱਪਰ, ਇਸ ਧਰਤੀ ਦੇ ਥੱਲੇ ਕੋਈ ਨਾਮ ਨਹੀਂ ਦਿੱਤਾ ਗਿਆ ਜਿਹਦੇ ਦੁਆਰਾ ਮੁਕਤੀ ਹੈ। ਸਿਰਫ ਇੱਕੋ ਹੀ ਨਾਮ ਦਿੱਤਾ ਗਿਆ ਹੈ, ਉਹ ਹੈ ਨਾਮ ਯੇਸ਼ੂਆ। ਇਹ ਯੇਸ਼ੂਆ ਦੇ ਦੁਆਰਾ, ਇਸ ਯੇਸੂ ਦੇ ਦੁਆਰਾ, ਜਿਨੇ ਸਾਰੇ ਜਗਤ ਦੇ ਪਾਪਾਂ ਨੂੰ ਆਪਣੇ ਉੱਤੇ ਆਪਣੇ ਬਾਪ ਦੀ ਮਰਜ਼ੀ ਦੇ ਨਾਲ ਚੁੱਕ ਕੇ ਕਲਵਰੀ ਕਰੂਸ ਦੇ ਉੱਤੇ ਚਲੇ ਗਿਆ ਸਭ ਦੇ ਵਾਸਤੇ ਜੀ। ਜਿਹੜਾ ਉਹਦੇ ਵੱਲ ਵੇਖੇਗਾ, ਜਿਹੜਾ ਉਹਦੇ ਉੱਤੇ ਨਿਸ਼ਚਾ ਕਰੇਗਾ, ਉਹਦੇ ਪਾਪ ਜਿਹੜੇ ਨੇ ਉਹ ਮਿਟਾਏ ਜਾਣਗੇ। ਜਿੱਦਾਂ ਆਪਾਂ ਪਹਿਲਾਂ ਵੀ ਆਪਾਂ ਐਗਜ਼ਾਮਪਲ ਦਿੱਤੀ ਆ ਉਸ ਡਾਕੂ ਦੇ ਬਾਰੇ, ਬਿਲਕੁਲ ਆਖਰੀ ਸਮਾਂ ਹੀ, ਬਿਲਕੁਲ ਆਖਰੀ ਸਮਾਂ, ਉਸ ਆਖਰੀ ਸਮੇਂ ਦੇ ਵਿੱਚ ਵੀ ਉਹਨੇ ਨਿਸ਼ਚਾ ਦੇ ਨਾਲ, ਬੜੇ ਨਿਸ਼ਚਾ ਦੇ ਨਾਲ, ਬੜੇ ਫੇਥ ਦੇ ਨਾਲ ਉਹਨੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ when your kingdom will come, ਕਿਉਂਕਿ ਉਹ ਰਾਜਾ ਹੈ, ਉਹਦਾ ਇੱਕ ਰਾਜ ਹੈ ਕਿ ਮੈਨੂੰ ਤੂੰ ਯਾਦ ਕਰੀ। ਉਹ ਕਹਿੰਦਾ ਤੂੰ ਯਾਦ ਕਰਨ ਦੀ ਗੱਲ ਕਰਦਾ, ਤੂੰ ਅੱਜ ਹੀ ਮੇਰੇ ਨਾਲ ਚੁਣੇਗਾ। ਇਹ ਹੈ ਪਰਮੇਸ਼ਵਰ ਦਾ ਪਾਵਰਫੁਲ ਮੈਸੇਜ। ਬਹੁਤ ਅੱਛਾ। ਜਦੋਂ ਅਸੀਂ ਉਸ ਪ੍ਰਭੂ ਯਿਸੂ ਦੇ ਉੱਤੇ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਕਰਾਂਗੇ, ਇਹ ਦੁਨੀਆਦਾਰੀਆਂ ਦੀਆਂ ਚੀਜ਼ਾਂ ਤੋਂ ਉੱਪਰ ਉੱਠ ਜਾਵਾਂਗੇ ਔਰ ਪੂਰੇ ਨਿਸ਼ਚੇ ਦੇ ਨਾਲ ਉਹਦੇ ਵੱਲ ਤੱਕਾਂਗੇ, ਉਹ ਸਾਨੂੰ ਬਚਾਏਗਾ। ਬਹੁਤ ਅੱਛਾ। ਲਓ ਜੀ, ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ ਤਕਰੀਬਨ, ਲੇਕਿਨ ਮੈਂ ਜਾਂਦਿਆਂ ਜਾਂਦਾ ਇੱਕ ਜਿਹੜੀ ਆਖਰੀ ਆਇਤ, 25ਵੀਂ ਆਇਤ, ਮੈਂ ਸਮਝਦਾ ਕਿ ਉਹ ਸਾਰੀ ਗੱਲਾਂ ਦਾ ਨਿਚੋੜ ਕੱਢ ਦਿੰਦੀ ਹੈ ਜੀ। ਲਿਖਿਆ ਹੈ ਕਿ ਕਿਉਂ ਜੋ ਖੁਦਾ ਦੀ ਮੂਰਖ ਬੰਦਿਆਂ ਦੀ ਹਿਕਮਤ ਨਾਲੋਂ ਚੰਗੀ ਹੈ ਜੀ। ਠੀਕ ਹੈ, ਹਾਂਜੀ। ਅਤੇ ਖੁਦਾ ਦੀ ਕਮਜ਼ੋਰੀ ਬੰਦਿਆਂ ਦੇ ਜ਼ੋਰ ਨਾਲੋਂ ਚੰਗੀ ਹੈ। ਸੋ ਮੇਰੇ ਅਜ਼ੀਜ਼ੋ, ਅਸੀਂ ਇਹ ਗੱਲ ਹਮੇਸ਼ਾ ਯਾਦ ਰੱਖੀਏ ਕਿ ਨਾ ਸਾਡੇ 'ਚ ਹਿਕਮਤ ਹੈ ਤੇ ਨਾ ਸਾਡੇ 'ਚ ਜ਼ੋਰ ਹੈ, ਬਲਕਿ ਇਹ ਜ਼ੋਰ ਜਿਹੜਾ ਉਹ ਸਿਰਫ ਔਰ ਸਿਰਫ ਜਦੋਂ ਖੁਦਾ ਸਾਡੇ ਨਾਲ ਹੋਏ, ਔਰ ਜਦੋਂ ਅਸੀਂ ਉਸ ਕੁਦਰਤ ਵੱਲ ਵੇਖੀਏ ਜਿਹੜੀ ਸਲੀਬ ਦੇ ਉੱਤੇ ਜਿਹੜਾ ਕੰਮ ਹੋਇਆ ਸਾਡੇ ਲਈ, ਅਗਰ ਉਹਦੇ ਤੇ ਅਸੀਂ ਧਿਆਨ ਦਈਏ ਤੇ ਫੇਰ ਹੀ ਅਸੀਂ ਇਸ ਦੁਨੀਆ ਤੋਂ
ਔਰ ਸੁਰਖਰੂ ਹੋ ਕੇ ਜਾ ਸਕਨੇ ਆ ਤੇ ਅਗਲੀ ਜਿਹੜੀ ਆਉਣ ਵਾਲੀ ਜ਼ਿੰਦਗੀ ਹੈ ਉਹਦੇ 'ਚ ਵੀ ਸੁਰਖਰੂ ਹੋ ਸਕਨੇ ਆ। ਸੋ ਇਹਨਾਂ ਸਾਰੀ ਅੱਛੀਆਂ ਗੱਲਾਂ ਲਈ ਜੇ ਤੁਹਾਨੂੰ ਪਸੰਦ ਆਈਆਂ ਨੇ ਤੇ ਜ਼ਰੂਰ ਆਪਣੀ ਸਾਨੂੰ ਰਾਏ ਨਾਲ ਆਗਾਹ ਕਰਿਆ ਕਰੋ ਤੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਸਾਨੂੰ ਆਗਿਆ ਦਿਓ ਤੇ ਸਾਡੇ ਸਾਰਿਆਂ ਨੂੰ ਖੁਦਾ ਹਾਫਿਜ਼। ਖੁਦਾ ਹਾਫਿਜ਼।